ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556 600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਕਿਸੇ ਪ੍ਰਕਾਰ ਦੀ ਇਮੀਗ੍ਰੇਸ਼ਨ ਅਸਿਸਟੈਂਸ ਚਾਹੀਦੀ ਹੈ ਤਾਂ ਤੁਸੀਂ ਸੇਖੋਂ ਇਮੀਗ੍ਰੇਸ਼ਨ ਸਰਵਿਸਿਜ਼, ਜੋ ਰਜਿਸਟਰਡ ਤੇ ਬਾਉਂਡਡ ਨੇ, ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਕੈਲੀਫੋਰਨੀਆ ਦੇ ਵਿੱਚ। ਇਹ ਤੁਹਾਨੂੰ ਸਿਟੀਜ਼ਨਸ਼ਿਪ, ਵਰਕ ਪਰਮਿਟ, ਫੈਮਿਲੀ ਪਟੀਸ਼ਨ, OCI ਕਾਰਡ, ਇੰਡੀਅਨ ਪਾਸਪੋਰਟ, ਪ੍ਰੋਸੈਸ ਸਰਵਿਸ, ਕੋਰਟ ਫਾਈਲਿੰਗ, ਨੋਟਰੀ ਪਬਲਿਕ ਤੇ ਇੰਡੀਆ ਦੇ ਐਮਰਜੈਂਸੀ ਵੀਜ਼ੇ ਲਈ ਤੁਹਾਨੂੰ ਅਸਿਸਟ ਕਰਦੇ ਨੇ। ਗੁਰਸ਼ਰਨ ਸੇਖੋਂ ਹੋਰਾਂ ਨਾਲ 5102009988 ਤੇ ਕਾਲ ਕਰ ਸਕਦੇ ਹੋ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਓਨਰ, ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੇ ਨੇ ਜੀ, ਸੈਟਲ ਲੋਕਲ ਏਰੀਆ ਦੇ ਲਈ ਸੰਪਰਕ ਕਰ ਸਕਦੇ ਹੋ ਗੁਰਵਿੰਦਰ ਧਾਲੀਵਾਲ ਨਾਲ 2063544060 ਜਾਂ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਅੱਜ ਬਹੁਤ ਮੀਡੀਆ ਦੇ ਵਿੱਚ, ਦਿੱਲੀ ਦੇ ਵਿੱਚ ਬਹੁਤ ਇਸ ਗੱਲ ਨੂੰ ਲੈ ਕੇ ਰੌਲਾ ਪੈ ਰਿਹਾ, ਜ਼ਬਰਦਸਤ ਵਿਰੋਧ ਹੋ ਰਿਹਾ। ਕਹਿੰਦੇ ਜਿਵੇਂ ਪਾਕਿਸਤਾਨ ਦੇ ਵਿੱਚੋਂ ਖਬਰਾਂ ਆਉਂਦੀਆਂ ਸੀ, ਉਵੇਂ ਕਹਿੰਦੇ ਕਸ਼ਮੀਰ 'ਚੋਂ ਖਬਰ ਆਈ ਹੈ ਕਿ ਇੱਥੇ ਵੀ ਇੱਕ ਸਿੱਖ ਲੜਕੀ ਦਾ ਜਿਹੜਾ ਜ਼ਬਰਦਸਤੀ ਨਿਕਾਹ ਕਰ ਦਿੱਤਾ ਗਿਆ। ਦੇਖੋ, ਗੱਲ ਇਹ ਦਾਨੇਲੀਆ ਸਾਹਿਬ, ਇਹ ਜਿਹੜਾ ਸਿਸਟਮ ਚੱਲਦਾ ਹੈ ਜੀ, ਇਹਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ ਜੀ। ਬਹੁਤੇ ਵਾਰੀ ਇਉਂ ਲੱਗਦਾ ਹੈ ਕਿ ਜਿਵੇਂ ਇਸ ਕਿਸਮ ਦੀ ਜਿਹੜੀ ਕੋਈ ਘਟਨਾ ਵਾਪਰਦੀ ਹੈ ਜੀ ਜੀ,
ਉਹਨੂੰ ਇਉਂ ਪੇਸ਼ ਕੀਤਾ ਜਾਂਦਾ ਜਿਵੇਂ ਇਹ ਇੱਕ ਭਾਈਚਾਰੇ ਵੱਲੋਂ ਦੂਜੇ ਭਾਈਚਾਰੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਗਿਆ। ਅਸਲ ਦੇ ਵਿੱਚ ਕਹਾਣੀ ਇਹ ਨਹੀਂ ਹੁੰਦੀ। ਕਹਾਣੀ ਇਹ ਹੁੰਦੀ ਹੈ ਕਿ ਬੰਦਾ ਹੁੰਦਾ ਇਕੱਲਾ ਕਹਿਰਾ ਜੀ, ਇਕੱਲੇ ਕਹਿਰੇ ਕੁਝ ਸ਼ਰਾਰਤੀ ਕਿਸਮ ਦੇ ਲੋਕ ਹੁੰਦੇ ਆ ਸਮਾਜ ਦੇ ਵਿੱਚ। ਉਹ ਇਹੋ ਜਿਹੇ ਹਾਲਾਤ ਪੈਦਾ ਕਰ ਦਿੰਦੇ ਆ ਜਿਹਦੇ ਨਾਲ ਸਮਾਜ ਦੇ ਵਿੱਚ ਕੁੜਤਣ ਪੈਦਾ ਹੁੰਦੀ ਹੈ ਜੀ। ਜੇ ਅਸੀਂ ਦੇਖੀਏ, ਚਾਹੇ ਪਾਕਿਸਤਾਨ ਹੋਵੇ ਚਾਹੇ ਭਾਰਤ ਹੋਵੇ, ਇੱਥੇ ਜੇ ਕੁੜੀਆਂ ਮੁੰਡੇ ਆਪਸ ਵਿੱਚ ਪਿਆਰ ਵੀ ਕਰਦੇ ਆ ਜੀ ਜੀ, ਉਹਨਾਂ ਦਾ ਵਿਆਹ ਵੀ ਹੋ ਜਾਂਦਾ, ਕਿਸੇ ਨੂੰ ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਦੇਖੀਏ ਸਿੱਧੇ ਸ਼ਾਹਰੁਖ ਖਾਨ ਦਾ ਵਿਆਹ ਹੋਇਆ ਵੈ, ਸਮਝ ਲਓ ਕੁੜੀ ਹਿੰਦੂ ਪਰਿਵਾਰ ਦੇ ਵਿੱਚ। ਸਭ ਤੋਂ ਜ਼ਿਆਦਾ ਵਿਰੋਧ ਜਿਹੜਾ ਹੈਗਾ ਮੁਸਲਮਾਨਾਂ ਦਾ ਭਾਰਤੀ ਜਨਤਾ ਪਾਰਟੀ ਤੇ RSS ਕਰਦੀ ਹੈ। ਲੇਕਿਨ RSS ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵੱਡੇ ਲੀਡਰ ਆ, ਉਹਨਾਂ ਦੀਆਂ ਕੁੜੀਆਂ ਨੇ ਵਿਆਹ ਮੁਸਲਮਾਨ ਮੁੰਡਿਆਂ ਨਾਲ ਕਰਵਾਏ। ਇਸ ਗੱਲ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਜੀ, ਠੀਕ ਹੈ ਨਾ। ਉਹ ਗੱਲ ਕਿਉਂਕਿ ਹਮ ਉਮਰ ਹੈ, ਉਹ ਆਪਸ ਵਿੱਚ ਵਿਆਹ ਕਰਵਾ ਸਕਦੇ, ਕੋਈ ਖਾਸ ਗੱਲ ਨਹੀਂ। ਲੇਕਿਨ ਰਫੜ ਉਦੋਂ ਪੈਂਦਾ ਹੈ ਜਦੋਂ ਕਜੋੜ ਹੋਵੇ ਜੀ, ਜੋੜ ਦੀ ਬਜਾਏ ਕਜੋੜ ਹੋਵੇ। ਇਹ ਜਿਸ ਕੁੜੀ ਦਾ ਵਿਆਹ ਹੋਇਆ ਜੀ, ਜਿਹਦਾ ਨਿਕਾਹ ਹੋਇਆ, ਇਸ ਕੁੜੀ ਦੇ ਨਾਲੋਂ ਡਬਲ ਉਮਰ ਦੇ ਬੰਦੇ ਨਾਲ ਵਿਆਹ ਹੋਇਆ। ਅੱਛਾ, ਇਸ ਕਰਕੇ ਅਸੀਂ ਉਹਨੂੰ ਕਿਵੇਂ ਕਹਾਂਗੇ ਕਿ ਇਹ ਪ੍ਰੇਮ ਵਿਆਹ ਨਹੀਂ ਹੈ। ਕਈ ਵਾਰੀ ਹੈ ਕਿ ਪਰਿਵਾਰ ਗਰੀਬ ਹੁੰਦਾ ਹੈ, ਗਰੀਬੀ ਦਾ ਫਾਇਦਾ ਉਠਾਇਆ ਜਾਂਦਾ ਹੈ ਜੀ। ਇਹ ਚੀਜ਼ਾਂ ਤਾਂ ਆਪਾਂ ਇੱਥੇ ਵੀ ਦੇਖਦੇ ਹਾਂ। ਬਿਲਕੁਲ। ਹੁਣ ਤੁਸੀਂ ਦੇਖੋ ਕਿ ਵਿਦੇਸ਼ਾਂ ਦੇ ਵਿੱਚੋਂ ਕਈ ਵਾਰੀ ਵੱਡੀ ਉਮਰ ਦੇ ਲੋਕ ਇੱਧਰ ਆਉਂਦੇ। ਇਹਦਾ ਢਿੱਲੋਂ ਸਾਹਿਬ, ਮੈਂ ਇਸ ਦੇ ਉੱਤੇ ਬਹੁਤ ਵੱਡੀ ਡਿਟੇਲਡ ਖਬਰ ਕੀਤੀ ਸੀ ਹੈਦਰਾਬਾਦ ਏਰੀਏ ਦੇ ਵਿੱਚ, ਅੱਜ ਤੋਂ ਕੋਈ 30 ਸਾਲ ਪਹਿਲਾਂ, 28-30 ਸਾਲ ਦੀ ਗੱਲ ਹੋਣੀ ਹੈ। ਉੱਥੇ ਲੜਕੀਆਂ ਨੂੰ ਖਰੀਦਿਆ ਜਾਂਦਾ ਸੀ। ਜਿਹੜੇ ਗਲਫ ਕੰਟਰੀਜ਼ ਨੇ, ਜਿਹਨੂੰ ਆਪਾਂ ਖਾੜੀ ਦੇ ਦੇਸ਼ ਕਹਿੰਦੇ, ਉੱਥੋਂ ਸ਼ੇਖ ਆਉਂਦੇ ਸੀ ਤੇ ਨਿੱਕੀਆਂ ਨਿੱਕੀਆਂ ਬਾਲੜੀਆਂ ਨੂੰ ਖਰੀਦ ਕੇ ਲੈ ਜਾਂਦੇ ਸੀ। ਤੇ ਨਾਂ ਕਿਹਦਾ ਹੁੰਦਾ ਸੀ ਵਿਆਹ ਦਾ? ਉਹਨੇ ਵਿਆਹ ਦਾ ਹੁੰਦਾ ਤਾਂ ਹੁਣ ਆਪਾਂ ਦੇਖਿਆ ਵੀ ਕਈ ਛੋਟੇ ਬੱਚਿਆਂ ਨੂੰ ਉੱਠਾਂ ਦੇ ਉੱਤੇ ਚੜਾ ਕੇ ਉੱਠਾਂ ਦੀਆਂ ਦੌੜਾਂ ਕਰਵਾਈਆਂ। ਉਹ ਤਾਂ ਉੱਥੇ ਬਹੁਤ, ਉਹਦਾ ਹੁਣ ਥੋੜੀ ਜਿਹੀ ਠੱਲ ਪਈ ਹੈ। ਇਹ ਸਮਾਜ ਦੇ ਵਿੱਚ ਇਹ ਚੱਲਦਾ ਹੈ। ਲੇਕਿਨ ਕਈ ਵਾਰੀ ਗਰੀਬੀ ਹੁੰਦੀ ਹੈ। ਗਰੀਬੀ ਦੇ ਵਿੱਚ ਬੰਦਾ ਮਤਲਬ ਜਿਹੜਾ ਹੈਗਾ, ਜਿਹੜਾ ਮਾਯੂਸੀ ਦੇ ਆਲਮ ਦੇ ਵਿੱਚ ਕਿ ਚਲੋ ਜੋ ਵੀ ਹੋਵੇ, ਕੁੜੀ ਚਲੋ ਮਾੜਾ ਮੋਟਾ ਠੀਕ ਰਹੂਗੀ ਜੀ, ਫਲਾਨਾ ਕਰੂ, ਆਪਣੀ ਪੇਟ ਦੀ ਅੱਗ ਬੁਝਾਉਣੀ ਹੈ, ਬੰਦੇ ਪੈਸੇ ਪੂਸੇ ਲੈ ਲੈਂਦੇ। ਜੇ ਅਸੀਂ ਵਿਦੇਸ਼ੀ ਜਿਹੜੀ ਹੈਗੀ ਤੜਕ ਪੜਕ ਦੇ ਪ੍ਰਭਾਵ ਥੱਲੇ ਆ ਕੇ ਜੀ ਵੀ ਵਿਦੇਸ਼ਾਂ ਦੇ ਵਿੱਚ ਆਪ ਜਾਵਾਂਗੇ, ਸਾਡੇ ਬੱਚੇ ਜਾਣਗੇ, ਛੋਟੀ ਉਮਰ ਦੀਆਂ ਕੁੜੀਆਂ ਦਾ ਵਿਆਹ ਵੱਡੇ ਬੰਦਿਆਂ ਨਾਲ ਕਰ ਦਿੰਦੇ, ਤਾਂ ਇਸ ਇੱਥੇ ਕਿਉਂ ਨਹੀਂ ਹੋ ਸਕਦਾ? ਬਿਲਕੁਲ ਬਿਲਕੁਲ, ਇੱਥੇ ਵੀ ਸਾਰਾ ਕੁਝ ਹੋ ਸਕਦਾ। ਲੇਕਿਨ ਵਧੀਆ ਗੱਲ ਇਹ ਹੋਈ ਹੈ ਕਿ ਇਸ ਮਾਮਲੇ ਦਾ ਸਿੱਖ ਭਾਈਚਾਰੇ ਨੇ ਬਹੁਤ ਵਧੀਆ ਨੋਟਿਸ ਲਿਆ। ਚਾਹੇ ਮਨਜਿੰਦਰ ਸਿੰਘ ਸਿਰਸਾ ਹੋਵੇ, ਚਾਹੇ ਪਰਮਜੀਤ ਸਿੰਘ ਸਰਨਾ ਹੋਵੇ ਜੀ, ਚਾਹੇ ਮਨਜੀਤ ਸਿੰਘ ਜੀਕੇ ਹੋਵੇ, ਉਹਨਾਂ ਨੇ ਦਿੱਲੀ ਵਾਲਿਆਂ ਨੇ ਇਸ ਦੇ ਤੇ ਬੜਾ ਪ੍ਰੋਟੈਸਟ ਕੀਤਾ ਹੈ ਜੀ। ਇੱਥੋਂ ਤੱਕ ਕਿ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਇਹਦੇ ਤੇ ਜਿਹੜਾ ਪੱਤਰ ਲਿਖਿਆ ਸਰਕਾਰ ਨੂੰ ਜੀ ਕਿ ਇਸ ਪਾਸੇ ਵੱਲ ਨੂੰ ਧਿਆਨ ਦਿਓ। ਲੇਕਿਨ ਇਸ ਗੱਲ ਤੋਂ ਵੀ ਸਾਨੂੰ ਸੁਚੇਤ ਰਹਿਣਾ ਚਾਹੀਦਾ ਕਿ ਇਹ ਮਾਮਲਾ ਕਿਤੇ ਕਮਿਊਨਲ ਟਰਨ ਨਾ ਲੈ ਜਾਏ। ਹਾਂ, ਇਹ ਵੀ ਇੱਕ ਬਹੁਤ ਵੱਡੀ ਗੱਲ, ਕਿਉਂਕਿ RP ਸਿੰਘ ਵਰਗੇ ਬੰਦੇ ਜਿਹੜੇ ਹੈ BJP ਤੇ RSS ਦੇ ਵਿੱਚ ਬੈਠੇ, ਉਹ ਇਸ ਮਾਮਲੇ ਨੂੰ ਕਿਸੇ ਇੱਕ ਵਿਅਕਤੀ ਦੀ ਜਾਂ 2-4 ਵਿਅਕਤੀਆਂ ਦੀ ਜਿਹੜੀ ਇਹ ਗੁਸਤਾਖੀ ਹੈ, ਇਸ ਗੁਸਤਾਖੀ ਨੂੰ ਪੋਲਰਾਈਜ਼ ਕਰਾ ਸਕਦੇ, ਸਿੱਖਾਂ ਦਾ ਤੇ ਮੁਸਲਮਾਨਾਂ ਦਾ ਆਪਸ ਵਿੱਚ ਦਫੇੜ ਪਾ ਸਕਦੇ, ਕਿਉਂਕਿ ਇਹ ਦੁਖੀ ਵੀ ਬਹੁਤ ਨੇ ਨਾ ਇਸ ਗੱਲ ਤੋਂ। ਬਿਲਕੁਲ। ਜੇ ਆਪਾਂ ਦੇਖੀਏ, ਜਿਹੜੀ ਆਪਾਂ ਜੰਮੂ ਕਸ਼ਮੀਰ ਦੀ ਸਥਿਤੀ ਦੇਖੀਏ, ਜੰਮੂ ਕਸ਼ਮੀਰ ਦੇ ਵਿੱਚ ਸਿੱਖਾਂ ਦੀ ਗਿਣਤੀ ਜਿਹੜੀ ਹੈਗੀ ਹੈ ਉਹ ਵਧੀਆ ਹੈ ਜੀ। ਔਰ ਪਿੱਛੇ ਤੁਸੀਂ ਦੇਖਿਆ ਹੋਣਾ ਵੀ ਇੱਕ ਮੀਟਿੰਗ ਬੁਲਾਈ ਸੀ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ, ਉਹਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਬੁਲਾਇਆ ਗਿਆ, ਲੇਕਿਨ ਸਿੱਖ ਭਾਈਚਾਰੇ ਨੂੰ ਬੁਲਾਇਆ ਨਹੀਂ ਗਿਆ। ਹਾਲਾਂਕਿ ਸਿੱਖ ਭਾਈਚਾਰੇ ਬਾਰੇ ਇਹ ਸਮਝਿਆ ਜਾਂਦਾ ਕਿ ਜਿੱਥੇ ਸਿੱਖ ਭਾਈਚਾਰਾ ਹੈ ਉੱਥੇ ਜਿਹੜਾ ਹੈਗਾ ਆਪਸ ਦੇ ਵਿੱਚ ਜਿਹੜਾ ਭਾਈਚਾਰਾ, ਉਸ ਭਾਈਚਾਰੇ ਨੂੰ ਕੋਈ ਖਤਰਾ ਨਹੀਂ। ਜੀ ਬਿਲਕੁਲ। ਇਹ ਤੋਂ ਪਹਿਲਾਂ ਵੀ ਅਸੀਂ ਦੇਖੀ ਤਾਂ ਅਸੀਂ ਫਿਰ ਵੀ ਟਾਰਗੇਟ ਹੁੰਦੇ ਰਹੇ ਹਾਂ। ਨਿਸ਼ਾਨਾ ਹੁਣ ਤਾਂ ਕੁੜੀ ਟਾਰਗੇਟ ਹੋਈ, ਕੁੜੀ ਪਹਿਲਾਂ ਦਾ। ਜਦੋਂ ਮਿਸਟਰ ਕਲਿੰਟਨ ਭਾਰਤ ਦੀ ਯਾਤਰਾ ਉਦੋਂ ਤੱਕ ਕਤਲ ਕਰ ਦਿੱਤੇ ਗਏ ਸੀ। ਚਿੱਟੀ ਸਿੰਘਪੁਰਾ ਦੇ ਵਿੱਚ ਉਸ ਵੇਲੇ ਸਿੱਖਾਂ ਨੂੰ ਕਤਲ ਕੀਤਾ ਗਿਆ ਸੀ। ਕਿਹਾ ਇਹ ਸੀ ਕਿ ਮੁਸਲਮਾਨ ਖੜਕੂਆਂ ਨੇ ਕਰਤਾ। ਬਾਅਦ ਦੇ ਵਿੱਚ ਜਦੋਂ ਪਤਾ ਲੱਗਿਆ, ਕਲਿੰਟਨ ਦਾ ਆਪਾਂ ਕਿੰਨੇ ਵਾਰੀ ਗੱਲ ਕਰ ਚੁੱਕੇ ਹਾਂ, ਕਲਿੰਟਨ ਦੇ ਸੈਕਟਰੀ ਨੇ ਇੱਕ ਕਿਤਾਬ ਦੇ ਵਿੱਚ ਇਹਦਾ ਜ਼ਿਕਰ ਵੀ ਕਰ ਦਿੱਤਾ ਕਿ ਭਾਰਤੀ ਏਜੰਸੀਆਂ ਨੇ ਕਲਿੰਟਨ ਦੀ ਜਿਹੜੀ ਪਾਕਿਸਤਾਨ ਦੀ ਯਾਤਰਾ ਸੀ ਉਹਨੂੰ ਪ੍ਰਭਾਵਿਤ ਕਰਨ ਵਾਸਤੇ ਅੰਦਰ ਖਾਤੇ ਇਹ ਮਾਮਲਾ ਜਿਹੜਾ ਹੈਗਾ ਅੰਜਾਮ ਦਿੱਤਾ ਸੀ। ਇਸ ਕਿਸਮ ਦੀ ਗੱਲ ਹੈ। ਸੋ ਇਹਦਾ ਜਿੰਨਾ ਵਿਰੋਧ ਹੋਣਾ ਚਾਹੀਦਾ ਘੱਟ ਹੈ, ਹੋਰ ਵੀ ਜ਼ਿਆਦਾ ਵਿਰੋਧ ਹੋਣਾ ਚਾਹੀਦਾ, ਚਾਹੇ ਪਾਕਿਸਤਾਨ ਦੇ ਵਿੱਚ ਹੋਵੇ ਚਾਹੇ ਭਾਰਤ ਦੇ ਵਿੱਚ ਹੋਵੇ। ਇਸ ਕਿਸਮ ਦੀ ਗੱਲਬਾਤ ਨਹੀਂ ਹੋਣੀ ਚਾਹੀਦੀ। ਔਰ ਮੈਂ ਨਾਲ ਇਹ ਬੇਨਤੀ ਕਰੂੰਗਾ ਮੁਸਲਮਾਨ ਸਮਾਜ ਨੂੰ ਕਿ ਮੁਸਲਮਾਨ ਸਮਾਜ ਦੇ ਜਿਹੜੇ ਜ਼ਿੰਮੇਵਾਰ ਲੋਕ ਹੈ ਉਹਨਾਂ ਨੂੰ ਵੀ ਇਸ ਚੀਜ਼ ਦਾ ਨੋਟਿਸ ਲੈਣਾ, ਜਿਵੇਂ ਨਨਕਾਣਾ ਸਾਹਿਬ ਆਏ ਸੀ, ਉਹਨਾਂ ਨੂੰ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ ਕਿ ਭਾਈ ਆ ਜਿਹੜਾ ਕੁਛ ਹੁੰਦਾ ਗਲਤ ਹੈ। ਕਿਉਂਕਿ ਇਹ
ਜਿਹੜੀ ਪੋਲਰਾਈਜੇਸ਼ਨ ਹੋਣੀ ਹੈ, ਫਿਰ ਜਿਹੜੀ ਹੈ ਮਜ਼ਹਬਾਂ ਦੇ ਆਧਾਰ ਦੇ ਉੱਤੇ ਲੋਕ ਵੰਡੇ ਜਾਣਗੇ ਤੇ ਇਹ ਖਤਰਨਾਕ ਹੁੰਦਾ ਹੈ। ਜੀ ਜੀ, ਇਹ ਦੋਨੇ ਭਾਈਚਾਰੇ ਜਿਹੜੇ ਚਾਹੇ ਅਜੇ ਖੁਸ਼ੀ ਕਰਾਉਂਦਾ ਸੀ ਸਦਕੇ ਕਰਾਵੇ ਕੋਈ, ਬਿਲਕੁਲ ਨਹੀਂ, ਹਮ ਉਮਰ ਹੈ ਜੀ, ਖੁਸ਼ੀ ਨਾਲ ਕਰਾਉਂਦੇ ਆ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਲੇਕਿਨ ਜਿਹੜਾ ਇਸ ਤਰ੍ਹਾਂ ਕਜੋੜ ਹੈ, ਧੱਕੇ ਨਾਲੇ ਹੋਣਾ ਜਾਂ ਮਤਲਬ ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾਉਣਾ, ਪੈਸਾ ਧੇਲਾ ਦੇ ਕੇ ਇਸ ਤਰ੍ਹਾਂ ਦਾ ਕੰਮ ਕਰਵਾਉਣਾ, ਖਾਸ ਕਰਕੇ ਜਿੱਥੇ ਬੰਦੇ ਦੀ ਉਮਰ ਜਿਹੜੀ ਹੈ ਕੁੜੀ ਨਾਲ ਡਬਲ ਹੈ, ਇਹਨੂੰ ਤਾਂ ਅਸੀਂ ਕਿਸੇ ਤਰੀਕੇ ਵੀ ਪ੍ਰਵਾਨ ਨਹੀਂ ਕਰ ਸਕਦੇ। ਬਿਲਕੁਲ ਜੀ, ਬਿਲਕੁਲ। ਤੇ ਢਿੱਲੋਂ ਸਾਹਿਬ, ਹੁਣ ਜਿਵੇਂ LG ਨੂੰ ਮਿਲੇ ਨੇ ਆਪਣੇ GK ਸਾਹਿਬ, ਹੋਰ ਇਹਨਾਂ ਸਿਰਸਾ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਉੱਥੇ RSS ਦੇ ਹੀ ਬੰਦੇ, ਤੇ ਸਿਰਸਾ ਸਾਹਿਬ ਵੀ ਜਿਹੜੇ ਨੇ BJP ਦੀ ਟਿਕਟ ਤੋਂ ਹੀ MLA ਨੇ। ਤੁਸੀਂ ਇਹਨੂੰ ਕਿਵੇਂ ਲੈ ਕੇ ਚੱਲਦੇ ਹੋ? ਕਿਉਂਕਿ ਦੇਖੋ ਚਰਚਾਵਾਂ ਹੋਣ ਲੱਗ ਪਈਆਂ, ਕੱਲ ਜੰਮੂ 에ਅਰਬੇਸ ਦੇ ਉੱਤੇ ਇੱਕ ਡਰੋਨ ਅਟੈਕ ਕਿਹਾ ਜਾਂਦਾ ਹੈ, ਠੀਕ ਹੈ ਵੀ ਇਹ ਡਰੋਨ ਅਟੈਕ ਆ। ਪਹਿਲਾਂ ਤਾਂ ਇਹ ਕਹਿ ਰਹੇ ਸੀਗੇ ਡਰੋਨ ਕੋਲੇ ਧਮਾਕਾ ਹੋਇਆ, ਫਿਰ ਕਹਿੰਦੇ ਡਰੋਨ ਅਟੈਕ ਆ, ਤੇ ਸੋਸ਼ਲ ਮੀਡੀਆ ਤੇ ਗੱਲਾਂ ਹੋਣ ਲੱਗ ਪਈਆਂ ਕਿ UP ਦੇ ਇਲੈਕਸ਼ਨ ਨਜ਼ਦੀਕ ਨੇ। ਦੇਖੋ, ਇਹਨਾਂ ਚੀਜ਼ਾਂ ਤੋਂ ਇਨਕਾਰ ਤਾਂ ਕੀਤਾ ਨਹੀਂ ਜਾ ਸਕਦਾ। ਜੇ ਆਪਾਂ ਪੁਲਵਾਮਾ ਵਾਲੀ ਘਟਨਾ ਨੂੰ ਦੇਖ ਲਈਏ, ਪੁਲਵਾਮਾ ਦੀ ਘਟਨਾ ਤੋਂ ਪਹਿਲਾਂ ਕੋਈ ਲੱਗਦਾ ਸੀ ਵੀ ਭਾਰਤੀ ਜਨਤਾ ਪਾਰਟੀ ਰਿਪੀਟ ਕਰੂਗੀ? ਨਾ, 2019 ਚ ਉਦੋਂ ਹੀ ਲੱਗਦਾ ਸੀ ਗਈ ਕਿ ਗਈ। ਲੇਕਿਨ ਪੁਲਵਾਮਾ ਵਾਲੀ ਜਿਹੜੀ ਮੰਦਭਾਗੀ ਘਟਨਾ ਵਾਪਰੀ, CRPF ਦੇ 40 ਜਿਹੜੇ ਹੈਗੇ ਆ ਜਵਾਨਾਂ ਦੀ ਸ਼ਹਾਦਤ ਹੁੰਦੀ ਹੈ ਜੀ, ਔਰ ਉਸ ਸ਼ਹਾਦਤ ਨੂੰ ਜਿਵੇਂ ਕੈਸ਼ ਕੀਤਾ ਗਿਆ, ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੂੰ ਸਿੱਕੇ ਤੇ ਟੰਗਿਆ ਗਿਆ, ਉਹਨੂੰ ਇਸ ਢੰਗ ਦੇ ਨਾਲ ਜਿਹੜਾ ਹੈਗਾ ਪ੍ਰਸਾਰਿਆ ਗਿਆ, ਤੇ ਫਿਰ ਇਹ ਗੱਲ ਕਹਿ ਕੇ ਬਾਲਾਕੋਟ ਦੀ ਸਰਜੀਕਲ ਸਟ੍ਰਾਈਕ ਕੀਤੀ ਗਈ ਜੀ। ਉਹਦੇ ਨਾਲ ਮਾਹੌਲ ਕਿਹੋ ਜਿਹਾ ਬਣਾਤਾ ਸੀ? ਮਾਹੌਲ ਤਾਂ ਤੁਸੀਂ ਦੇਖੋ ਕਿ ਉਸ ਵੇਲੇ ਦਾ ਮਾਹੌਲ ਸਿਰਜਿਆ, ਕਰੋਨਾ ਦੀ ਮਹਾਮਾਰੀ ਹੋਈ ਜੀ, ਇਸ ਮਹਾਮਾਰੀ ਦੇ ਚਲਦਿਆਂ ਕਿੱਡਾ ਵੱਡਾ ਨੁਕਸਾਨ ਹੋਇਆ। ਪਰ ਫਿਰ ਵੀ ਇੱਕ ਚੀਜ਼ ਤੁਸੀਂ ਦੇਖੋ ਜੀ ਕਿ ਭਾਰਤੀ ਜਨਤਾ ਪਾਰਟੀ, ਖਾਸ ਕਰਕੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਹੋਰਾਂ ਨੇ, RSS ਨੇ ਇੱਕ ਭਗਤਾਂ ਦੀ ਜਿਹੜੀ ਹੈਗੀ ਹੈ ਭੀੜ ਇਕੱਠੀ ਕੀਤੀ। ਉਹ ਭਗਤਾਂ ਦੀ ਭੀੜ ਸਾਰੇ ਜਿਹੜੇ ਹੈਗੇ ਦੁੱਖ ਦਰਦ ਉਹਨਾਂ ਨੂੰ ਝੱਲਣੇ ਪੈ ਰਹੇ, ਪਰ ਉਹ ਇਸ ਗੱਲ ਦੇ ਉੱਤੇ ਕਿ ਜੀ ਇਹ ਮੋਦੀ ਹੈ ਤਾਂ ਮੁਮਕਿਨ ਹੈ ਜੀ, ਉਹ ਉੱਥੇ ਖੜੇ ਵੀ ਹੈ। ਔਰ ਉਹਦੇ ਨਾਲ ਜਿਹੜੀ ਹੈਗੀ ਇਹ ਸਾਰੀ ਦੀ ਸਾਰੀ ਸ਼ੁਰੂਆਤ ਉੱਥੋਂ ਹੋਈ ਸੀ। ਇਹਨੂੰ ਜੇ ਆਪਾਂ ਜਾ ਕੇ ਦੇਖੀਏ ਕਿ ਡਰੋਨ ਨਾਲ ਜੋ ਪਾਕਿਸਤਾਨ ਦੇ ਵਿੱਚ ਹੋ ਰਿਹਾ, ਜੋ ਆਪਣਾ ਥੋੜਾ ਕਸ਼ਮੀਰ ਦੇ ਵਿੱਚ ਹੋ ਰਿਹਾ ਹੈ, ਔਰ ਜੰਮੂ ਕਸ਼ਮੀਰ ਦੀਆਂ ਚੋਣਾਂ ਜਿਹੜੀਆਂ ਉਹ ਤਾਂ ਬੜੀਆਂ ਉੱਤਰ ਪ੍ਰਦੇਸ਼ ਦੀਆਂ ਤੇ ਉੱਤਰਾਖੰਡ ਦੀਆਂ ਚੋਣਾਂ ਜਿਹੜੀਆਂ ਜੀ ਇਹ ਬੜੀਆਂ ਕ੍ਰੂਸ਼ੀਅਲ ਟਾਈਮ ਤੇ ਹੋ ਰਹੀ ਹੈ। ਹਾਂਜੀ, ਕਿਸਾਨ ਅੰਦੋਲਨ ਨੇ ਜਿਹੜਾ ਹੈਗਾ ਲੱਕ ਤੋੜ ਕੇ ਰੱਖਤਾ ਭਾਰਤੀ ਜਨਤਾ ਪਾਰਟੀ ਦਾ। ਕਿੱਥੇ ਬੰਗਾਲ ਦੇ ਵਿੱਚ ਸਰਕਾਰ ਬਣਾਉਂਦੇ ਸੀ, ਉਹ ਤੋਂ ਬਾਅਦ ਪੰਚਾਇਤੀ ਚੋਣਾਂ ਹੁੰਦੀਆਂ UP ਦੇ ਵਿੱਚ, ਉਹਨਾਂ ਪੰਚਾਇਤੀ ਚੋਣਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੱਡੀ ਸ਼ਿਕਸਤ ਮਿਲੀ ਹੈ ਜੀ। ਔਰ ਤੁਸੀਂ ਇਹ ਦੇਖੋ ਕਿ ਜਿਹੜੇ ਯੋਗੀ ਆਦਿੱਤਿਆਨਾਥ, ਮਿਸਟਰ ਮੌਰੀਆ ਜਿਹੜੇ ਉਹਨਾਂ ਦੇ ਡਿਪਟੀ ਮੁੱਖ ਮੰਤਰੀ ਹੈ, ਉਹਨਾਂ ਨੂੰ ਚੰਗਾ ਨਹੀਂ ਸਮਝਦੇ ਸੀ, ਉਹ ਦਲਿਤ ਭਾਈਚਾਰੇ ਚੋਂ ਆਉਂਦੇ ਸੀ ਜੀ, ਉਹਨਾਂ ਨੂੰ ਚੰਗਾ ਨਹੀਂ ਸੀ ਸਮਝਦੇ, ਤੇ ਹੁਣ ਦਲਿਤ ਭਾਈਚਾਰੇ ਨੂੰ ਵਿਨ ਓਵਰ ਕਰਨ ਵਾਸਤੇ, ਇੱਕ ਮੈਸੇਜ ਦੇਣ ਵਾਸਤੇ ਉਹਦੇ ਘਰ ਤੱਕ ਵੀ ਗਏ ਨੇ। ਇਹ ਕਿਸੇ ਵੀ ਹੱਦ ਤੱਕ ਜਾ ਸਕਦੀਆਂ ਜਿਹੜੀਆਂ ਏਜੰਸੀਆਂ ਹੁੰਦੀਆਂ, ਬੜਾ ਕੁਛ ਹੁੰਦਾ ਵੈ। ਜਿੱਥੋਂ ਤੱਕ ਆਪਾਂ ਦੇਖੀਏ ਇਹਨਾਂ ਦਾ ਸਿਰਸਾ ਸਾਹਿਬ ਦੀ ਸਥਿਤੀ ਹੈ, ਤਾਂ ਸਿਰਸਾ ਸਾਹਿਬ ਹੈ ਜਿਹੜੀ ਜੀ, ਉਹ ਹਨੂਮਾਨ ਹੈਗੇ ਮਿਸਟਰ ਸੁਖਬੀਰ ਸਿੰਘ ਬਾਦਲ ਦੇ। ਉਹ ਹਰ ਉਹ ਯਤਨ ਕਰਦੇ ਕਿ ਜੀ ਅਸੀਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਿਹੜੀ ਕਾਲਖ ਲੱਗੀ ਵੀ ਹੈ ਜੀ, ਇਸ ਕਾਲਖ ਨੂੰ ਧੋਣ ਦਾ ਯਤਨ ਕਰੀਏ। ਹੁਣ ਤੁਸੀਂ ਇਹ ਦੇਖੋ, ਦਿੱਲੀ ਦੇ ਕਿਸਾਨ ਅੰਦੋਲਨ ਦੇ ਦੌਰਾਨ 26 ਜਨਵਰੀ ਨੂੰ ਜੋ ਕੁਛ ਹੋਇਆ ਜੀ, ਉਹਦੇ ਵਿੱਚ ਕੁਛ ਲੋਕ ਫੜੇ ਗਏ, ਕੁਛ ਨਜਾਇਜ਼ ਵੀ ਫੜੇ ਗਏ, ਜ਼ਿਆਦਾਤਰ ਨਜਾਇਜ਼ ਫੜੇ ਗਏ। ਇੱਕ ਦੋ ਬੰਦੇ ਜਿਹੜੇ ਸ਼ਰਾਰਤੀ ਸੀ ਜਿਨ੍ਹਾਂ ਦੇ ਖਿਲਾਫ FIR ਦਰਜ ਹੋਈ ਹੈ, ਸਭ ਦੀਆਂ ਮਤਲਬ ਕਹਿੰਦੇ ਜੀ ਜ਼ਮਾਨਤਾਂ ਅਸੀਂ ਕਰਵਾਉਣੇ, ਜ਼ਮਾਨਤਾਂ। ਹਾਲਾਂਕਿ ਕਿਸਾਨ ਮੋਰਚੇ ਵਾਲੇ ਕਹਿੰਦੇ ਕਿ ਸਾਡੀ ਇੱਕ ਵਕੀਲਾਂ ਦੀ ਟੀਮ ਹੈ ਜੀ, ਪੈਰਵਾਈ ਉਹ ਕਰਦੇ ਆ, ਉਹਨਾਂ ਦੇ ਕੋਲ ਗੱਡੀਆਂ ਹੈ ਨਹੀਂ, ਉਹ ਵਕੀਲ ਉੱਥੋਂ ਆਪਦੀ ਕੋਰਟ ਦੇ ਵਿੱਚੋਂ ਬੰਦਿਆਂ ਨੂੰ ਆਰਡਰ ਕਰਵਾਏ ਤੇ ਆਪਣੇ ਘਰਾਂ ਨੂੰ ਚਲੇ ਗਏ ਜੀ। ਸ਼ਾਮ ਨੂੰ ਰਿਹਾਈ ਹੋਣੀ ਹੁੰਦੀ ਹੈ ਤੇ ਸਿਰਸਾ ਸਾਹਿਬ ਜੇਲ੍ਹ ਦੇ ਮੂਹਰੇ ਜਾ ਖੜਦੇ, ਉਹਨਾਂ ਨੂੰ ਕਿੱਥੋਂ ਪਤਾ ਲੱਗ ਜਾਂਦਾ। ਨਾਲ ਤੁਹਾਨੂੰ ਇਹ ਵੀ ਪਤਾ ਵੀ ਭਾਰਤੀ ਜਨਤਾ ਪਾਰਟੀ ਦੇ MLA ਹੋਣ ਦੇ ਨਾਤੇ ਉਹ ਵੀ ਉਹਨਾਂ ਨੂੰ ਫੈਸਿਲਿਟੀ ਮਿਲਦੀ ਹੈ, ਹਾਰ ਪਵਾ ਕੇ ਲੈ ਆਉਂਦੇ ਜੀ, ਆਹ ਲਓ ਦੇਖੋ ਸਾਰਾ ਕੁਛ ਹੋ ਗਿਆ ਜੀ। ਇਸੇ ਤਰੀਕੇ ਤੁਸੀਂ ਦੇਖੋ ਕਿ ਜਿੱਦਣ ਸੁਖਬੀਰ ਸਿੰਘ ਬਾਦਲ ਦੀ ਪੁੱਛਗਿੱਛ ਹੁੰਦੀ ਹੈ, ਚੰਡੀਗੜ੍ਹ 'ਚ ਪੁੱਛਗਿੱਛ ਹੁੰਦੀ ਹੈ, ਪਹਿਲਾਂ ਇਹ ਸੀ ਕਿ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਪ੍ਰੈਸ ਨੂੰ ਐਡਰੈਸ ਕਰਨਗੇ ਜੀ, ਪਰ ਉਹ ਪ੍ਰੈਸ ਨੂੰ ਐਡਰੈਸ ਨਹੀਂ ਕੀਤੇ ਸੀ, ਉਹ ਨਿਕਲ ਗਏ ਸੀ ਦਿੱਲੀ, ਔਰ ਦਿੱਲੀ ਪ੍ਰੈਸ ਨੂੰ ਐਡਰੈਸ ਕੀਤਾ ਸੀ ਅਕਾਲੀ ਦਲ ਦੇ ਦੂਜੇ ਲੀਡਰਾਂ ਨੇ। ਤੇ ਫਿਰ ਇੱਕ ਟਵੀਟ ਹੁੰਦਾ ਹੈ, ਉਸ ਟਵੀਟ ਦੇ ਵਿੱਚ ਕੀ ਦਿਖਾਇਆ ਜਾਂਦਾ ਜੀ, ਰਾਮ ਸਿੰਘ ਰਾਣਾ ਕਿਸਾਨ ਹੱਟ ਵਾਲਾ, ਨਾ ਗੋਲਡਨ ਹੱਟ ਵਾਲਾ ਕਿਸਾਨਾਂ ਦਾ ਮਦਦਗਾਰ ਹੈ, ਉਹ ਗੋਲਡਨ ਹੱਟ ਵਾਲਾ ਉੱਥੇ ਲੈ ਕੇ ਜਾਂਦੇ ਉਸ ਢਾਬੇ ਤੇ, ਉੱਥੇ ਜਾ ਕੇ ਉਹਦੇ ਨਾਲ ਮਤਲਬ ਜਿਹੜੀ ਹੈਗੀ ਹੈ ਮੇਲ ਮਿਲਾਪ ਕਰਾਉਂਦੇ ਹੈ, ਜੱਫੀਆਂ ਪਾਉਂਦੇ ਆ। ਉਹ ਬੰਦਾ ਵੀ ਕਹਿੰਦਾ ਜੀ ਮੈਂ ਬੜਾ ਖੁਸ਼ ਹਾਂ, ਫਿਰ ਉਹਨੂੰ ਕੈਸ਼ ਕਰਾਉਣ ਵਾਸਤੇ ਸਾਰਾ ਕੁਛ ਕਰਦੇ। ਸੋ ਇਹ ਤੁਸੀਂ ਦੇਖਿਆ ਜਿਵੇਂ ਉੱਤਰਾਖੰਡ ਦੇ ਵਿੱਚ ਜਦੋਂ ਕਿਸਾਨ ਅੰਦੋਲਨ ਵੇਲੇ ਗ੍ਰਿਫਤਾਰੀ ਹੁੰਦੀ ਸੀ, ਸਿਰਸਾ ਸਾਹਿਬ ਪਹੁੰਚ ਜਾਂਦੇ ਸੀ, ਪੁਲਿਸ ਫੜ ਕੇ ਵੀ ਬਿਠਾ ਲੈਂਦੀ ਸੀ, ਪਹੁੰਚਦੇ ਸਭ ਤੋਂ ਪਹਿਲਾਂ ਪਹੁੰਚਦੇ ਸੀ, ਪੁਲਿਸ ਫੜ ਕੇ ਬਿਠਾ ਲੈਂਦੀ ਸੀ, ਕਾਰਵਾਈ ਕੋਈ ਨਹੀਂ ਹੁੰਦੀ ਸੀ, ਠੀਕ ਹੈ, ਕਾਰਵਾਈ ਉਹ ਤੋਂ ਬਾਅਦ ਰਿਹਾ ਵੀ ਛੇਤੀ ਹੋ ਜਾਂਦੇ ਸੀ। ਇਸ ਕਰਕੇ ਉਹ ਹਨੂਮਾਨ ਜਿਹੜੇ ਹੈਗੇ ਆ, ਉਹ ਲੰਕਾ ਤਬਾਹ ਕਰਨ ਵਾਸਤੇ ਆਪਣੇ ਜਿਹੜਾ ਰਾਮ ਦੀ ਖਾਤਰ ਜਿਹੜੀ ਹੈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਜਾ ਰਹੇ ਜੀ। ਤੇ
ਢਿੱਲੋਂ ਸਾਹਿਬ, ਬਹੁਜਨ ਸਮਾਜ ਪਾਰਟੀ ਬਾਰੇ ਜਿਹੜਾ ਹੈ ਉਹ ਚਰਚਾ ਬੜੀ ਹੋ ਰਹੀ ਸੀ, ਸਾਨੂੰ ਕਹਿੰਦੇ ਹਾਰਨ ਵਾਲੀਆਂ ਸੀਟਾਂ ਦੇਤੀਆਂ, ਹੋਰ ਦੇਤੀਆਂ। ਹੁਣ ਇਹਨਾਂ ਨੇ ਪਹੁੰਚ ਵੀ ਕੀਤੀ ਸੀ ਦੀਦੀ ਮਾਇਆਵਤੀ ਕੋਲੇ। ਦੀਦੀ ਮਾਇਆਵਤੀ ਦਾ ਕੀ ਬਿਆਨ ਹੈ ਜੀ? ਭੈਣ ਜੀ ਮਾਇਆਵਤੀ ਨੇ ਦੇ ਕੋਲੇ ਪਹੁੰਚ ਨਹੀਂ ਕੀਤੀ ਸੀ, ਭੈਣ ਮਾਇਆਵਤੀ ਨੇ ਇਹਨਾਂ ਨੂੰ ਬੁਲਾਇਆ ਸੀ। ਅੱਛਾ ਜੀ। ਅਸਲ ਦੇ ਵਿੱਚ ਇਹ ਹੈ ਕਿ ਜਦੋਂ ਇਹ ਸਮਝੌਤਾ ਹੋਇਆ ਅਕਾਲੀ ਦਲ ਦਾ ਤੇ ਬਸਪਾ ਦਾ ਜੀ, ਇਹਦੇ 'ਚ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਉਹਨੂੰ ਤਾਂ ਸਾਰਾ ਪਤਾ ਸੀ ਕਿ ਸਮਝੌਤਾ ਹੋ ਰਿਹਾ। ਬਿਲਕੁਲ, ਉਹਨਾਂ ਨੂੰ ਤਾਂ ਪਹਿਲਾਂ ਹੀ ਪਤਾ ਸੀ, ਇਹਨਾਂ ਨੂੰ ਬਸਪਾ ਦੀ ਜਿਹੜੀ ਹੈਗੀ ਆ ਪੰਜਾਬ ਦੇ ਆਪਾਂ ਕਹਿ ਸਕਦੇ ਕੁਝ ਲੀਡਰ ਹੈ ਜਿਨ੍ਹਾਂ ਨੂੰ ਪਤਾ ਹੋ ਸਕਦਾ, ਜਿਵੇਂ ਮਿਸਟਰ ਗੜੀ ਹੈ ਜਿਹੜੇ ਇਹਨਾਂ ਦੇ ਸੂਬਾ ਪ੍ਰਧਾਨ ਹੈ ਜੀ। ਗੜੀ ਹੋਰਾਂ ਨੇ ਕਹਿਤਾ ਸੀ ਕਿ ਸਾਥੋਂ ਫੀਡਬੈਕ ਮੰਗੀ ਹੈ, ਅਸੀਂ ਆਪਣੀ ਪਾਰਟੀ ਨੂੰ ਫੀਡਬੈਕ ਦੇਤੀ ਹੈ ਕਿ ਕਿਹੜੀਆਂ ਸੀਟਾਂ ਤੇ ਅਸੀਂ ਚੋਣ ਲੜ ਸਕਦੇ ਹਾਂ, ਸਾਡੀ ਪੋਜੀਸ਼ਨ ਕੀ ਹੋਊ, ਸਾਡੇ ਕੈਂਡੀਡੇਟ ਵਗੈਰਾ ਕੀ ਹੋਣਗੇ, ਅਸੀਂ ਉਹਨਾਂ ਨੂੰ ਇਹ ਭੇਜਤੀ। ਬਾਕੀ ਫੈਸਲਾ ਕਹਿੰਦੇ ਭੈਣ ਕੁਮਾਰੀ ਮਾਇਆਵਤੀ ਨੇ ਕਰਨੇ ਜੀ, ਉਹ ਕੀ ਕੁਛ ਕਰਨਗੇ। ਔਰ ਭੈਣ ਕੁਮਾਰੀ ਮਾਇਆਵਤੀ ਦੇ ਜਿਹੜੇ ਇਸ ਵੇਲੇ ਨੰਬਰ 2 ਹੈ ਮਿਸਟਰ ਸਤੀਸ਼ ਕੁਮਾਰ ਮਿਸ਼ਰਾ ਜੀ, ਉਹ ਹੈਗੇ ਬ੍ਰਾਹਮਣ ਲੋਬੀ ਚੋਂ ਆਉਂਦੇ, ਸਾਰਾ ਕੰਮ ਧੰਦਾ ਉਹ ਦੇਖਦੇ ਜੀ। ਇਹਦੇ ਤੇ ਅੱਜ ਮੈਂ ਚੰਦਰ ਸ਼ੇਖਰ ਆਜ਼ਾਦ ਦੀ ਇੱਕ ਇੰਟਰਵਿਊ ਵੀ ਪੜ੍ਹ ਰਿਹਾ ਸੀ। ਅੱਛਾ ਜੀ। ਉਹ ਕਹਿੰਦਾ ਵੀ ਭੈਣ ਮਾਇਆ ਕੁਮਾਰੀ ਜੀ ਕਹਿੰਦੇ ਤਾਂ ਇਹ ਹੈ ਕਿ ਮੈਂ ਦਲਿਤ ਰਾਜਨੀਤੀ ਕਰਦੀ ਹਾਂ, ਮੈਂ ਦਲਿਤਾਂ ਵਾਸਤੇ ਕੰਮ ਕਰਦੀ ਹਾਂ, ਲੇਕਿਨ ਤੁਸੀਂ ਇਹ ਦੇਖੋ ਕਿ ਯੂਪੀ ਦੀ ਵਿਧਾਨ ਸਭਾ ਦੇ ਵਿੱਚ ਜੀ ਪਾਰਲੀਮੈਂਟ ਦੇ ਵਿੱਚ, ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਜਿਹੜੇ ਗਰੁੱਪ ਲੀਡਰ ਬਣਾਏ ਹੈ ਜੀ ਇਹਨਾਂ ਦੇ ਭਾਰਤੀ ਜਨਤਾ ਪਾਰਟੀ ਦੇ, ਉਹਨਾਂ ਦੇ ਵਿੱਚੋਂ ਦਲਿਤ ਨਹੀਂ, ਬ੍ਰਾਹਮਣੀ ਹੈ ਜੀ। ਔਰ ਉਹ ਜਿਹੜੇ ਹੈਗੇ ਮਿਸ਼ਰਾ ਜੀ ਪੰਜਾਬ ਦੇ ਵਿੱਚ ਸਮਝੌਤਾ ਉਹਨਾਂ ਨੇ ਸਿਰੇ ਚਾੜੇ ਜੀ। ਜਦੋਂ ਇਹ ਸਮਝੌਤਾ ਹੋਇਆ ਸੀ, ਗੱਲ ਉਦੋਂ ਵੀ ਆਈ ਸੀ ਕਿ ਮਾਇਆਵਤੀ ਤੇ ਮਾਇਆ ਧਾਰੀਆਂ ਦਾ ਸਮਝੌਤਾ ਬਿਲਕੁਲ ਇਹ ਸੀ ਕਿ 20 ਸੀਟਾਂ ਦਿੱਤੀਆਂ ਤੇ 20 ਸੀਟਾਂ ਦੇ ਵਿੱਚੋਂ 12 ਸੀਟਾਂ ਉਹ ਹੈ ਜਿਹੜੀਆਂ ਬੀਜੇਪੀ ਕੋਲੇ ਸੀ। ਜੇ ਤੁਸੀਂ ਅੰਕੜੇ ਕੱਢ ਕੇ ਦੇਖੋ, ਉਹ ਅੰਕੜੇ ਦੱਸਦੇ ਕਿ ਇਹਨਾਂ ਸੀਟਾਂ ਦੇ ਵਿੱਚੋਂ ਕੋਈ ਇੱਕ ਅੱਧੀ ਭਾਵੇਂ ਜਿੱਤੀ ਜਾਵੇ, ਬਾਕੀ ਬਹੁਤੀਆਂ ਸੀਟਾਂ ਹਾਰਨ ਵਾਲੀਆਂ। ਜਿਹਨਾਂ ਨੂੰ ਅਸੀਂ ਮਿਸ਼ਨਰੀ ਲੋਕ ਕਹਿ ਸਕਦੇ ਜੀ, ਜਿਹੜੇ ਲੋਕ ਬਾਬੂ ਕਾਸ਼ੀ ਰਾਮ ਦੇ ਜ਼ਮਾਨੇ ਤੋਂ ਇਹਨਾਂ ਦੇ ਨਾਲ ਜੁੜੇ ਹੋਏ ਹੈ ਤੇ ਉਹਨਾਂ ਦਾ ਇੱਕ ਮਿਸ਼ਨ ਹੈ ਜੀ, ਉਹ ਜਿਹੜਾ ਬਹੁਜਨ ਦਾ ਮਿਸ਼ਨ ਲੈ ਕੇ ਤੁਰੇ ਹੋਏ ਆ, ਉਹ ਇਸ ਗੱਲ ਦੇ ਉੱਤੇ ਖਫਾ ਹੈ ਕਿ ਜੀ ਸਾਨੂੰ ਜਿਹੜਾ ਹੈਗਾ ਜਿੰਨਾ ਸਾਡਾ ਹਿੱਸਾ ਬਣਦਾ ਸੀ ਪੰਜਾਬ ਦੇ ਵਿੱਚ, ਸਾਨੂੰ ਹਿੱਸਾ ਨਹੀਂ ਮਿਲਿਆ ਜੀ। ਉਹਨਾਂ ਦੇ ਵਿੱਚ ਜਦੋਂ ਅੱਚ ਵੀ ਹੋਈ, ਉਹਨਾਂ ਦੇ ਵਿੱਚ ਜਦੋਂ ਮਤਲਬ ਤੂੰ ਮੈਂ ਹੋਣ ਲੱਗ ਗਈ, ਉਹਨਾਂ ਨੇ ਚਿੰਤਾ ਹੋਣ ਲੱਗ ਗਈ, ਤਾਂ ਫਿਰ ਜਿਹੜੀ ਇੱਥੋਂ ਦੀ ਇਕਾਈ ਸੀ ਜੀ, ਇੱਥੋਂ ਦੀ ਇਕਾਈ ਦੀ ਲੀਡਰਸ਼ਿਪ ਨੇ ਇਹ ਗੱਲ ਦੱਸੀ ਮਾਇਆਵਤੀ ਜੀ ਨੂੰ। ਉਹਨਾਂ ਨੇ ਫਿਰ ਇਹਨਾਂ ਨੂੰ ਬੁਲਾਇਆ ਵੀ ਆਓ ਤੁਸੀਂ ਦਿੱਲੀ ਆ ਜਾਓ ਜੀ। ਦਿੱਲੀ ਚਲੇ ਗਏ, ਦਿੱਲੀ ਜਾ ਕੇ ਉਹਨਾਂ ਨੇ ਆਪਣੀ ਗੱਲ ਕੀਤੀ। ਚਲੋ ਗੱਲ ਕਰਨ ਤੋਂ ਬਾਅਦ ਉਹਨਾਂ ਨੇ ਫਿਰ ਉੱਥੋਂ ਫੈਸਲੇ ਕਰ ਲਏ, ਕਹਿੰਦੇ ਜੀ ਸੀਟਾਂ ਜਿਹੜੀਆਂ ਮਿਲ ਗਈਆਂ ਇਹਦੇ ਵਿੱਚ ਕੋਈ ਤਬਦੀਲੀ ਨਹੀਂ ਹੋਊਗੀ ਜੀ, ਅਸੀਂ ਉਵੇਂ ਦੇ ਉਵੇਂ ਹੀ ਰੱਖਾਂਗੇ, ਇਹ ਤਬਦੀਲੀ ਨਹੀਂ ਹੋਊਗੀ। ਤੇ ਨਾਲ ਫਿਰ ਕਹਿੰਦੇ ਜੀ ਇੱਕ ਦੋ ਬੰਦੇ ਜਿਹੜੇ ਭੜਕਾਵੀ ਦਿੱਤੇ ਜੀ, ਇੱਕ ਤਾਂ ਜਿਹੜੇ ਹੈਗੇ ਹੈ ਆਪਣੇ ਜਿਹਨਾਂ ਨੂੰ ਕੱਢਿਆ ਗਿਆ ਬਸਪਾ ਦੇ ਸਾਬਕਾ ਸੂਬਾ ਪ੍ਰਧਾਨ ਹੈ ਜੀ ਰਸ਼ਪਾਲ ਰਾਜੂ, ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਹੈ। ਕਿਉਂ ਕੱਢਿਆ ਪਾਰਟੀ ਦੇ ਵਿੱਚੋਂ? ਪਾਰਟੀ ਦੇ ਵਿੱਚੋਂ ਇਹ ਕੱਢਿਆ ਕਹਿੰਦੇ ਜੀ ਉਹਨਾਂ ਨੇ ਕਿਸੇ ਕਾਂਗਰਸੀ ਕੋਈ ਲਵ ਕੁਮਾਰ ਗੋਲਡੀ ਹੈ ਬਲਾਚੌਰ ਤੋਂ, ਉਹਦੇ ਬਾਰੇ ਉਹਦੇ ਵਿੱਚ ਉਹਨੇ ਦੱਸਿਆ ਕਿ ਮੇਰੀ ਜਿਹੜੀ ਘਰ ਵਾਲੀ ਹੈ, ਜਿਹੜੇ ਦੱਸਦੇ ਆ ਰਾਜੂ ਜੀ, ਕਹਿੰਦੇ ਮੇਰੇ ਘਰ ਵਾਲੀ ਜਿਹੜੀ ਹੈਗੀ ਆ ਨਗਰ ਪੰਚਾਇਤ ਦੀ ਉਪ ਚੇਅਰਮੈਨ ਹੈ, ਚੇਅਰਮੈਨ ਜਾਂ ਉਪ ਚੇਅਰਮੈਨ, ਉਹਦੇ ਵਾਸਤੇ ਪੈਸੇ ਲੈ ਕੇ ਆਉਣੇ ਸੀ, ਫੰਡ ਲੈਣਾ ਸੀਗਾ, ਫੰਡ ਦਾ ਚੈੱਕ ਫੜ ਕੇ ਲਿਆਉਣਾ ਸੀ, ਉਹ ਜਾ ਨਹੀਂ ਸਕੀ ਸੀ, ਮੈਂ ਚਲਾ ਗਿਆ ਉੱਥੇ। ਕੁਦਰਤੀ ਕਹਿੰਦੇ ਵੀ ਦਫ਼ਤਰ ਦੇ ਵਿੱਚ ਫਿਰਦਾ ਲਵ ਕੁਮਾਰ ਗੋਲਡੀ ਮਿਲ ਗਿਆ। ਹੁਣ ਪੋਲੀਟੀਕਲ ਬੰਦੇ ਆ ਇਹ, ਇੱਧਰਲੇ ਆਪਾਂ ਦੂਜੀ ਪਾਰਟੀ ਕਹਿੰਦੇ ਆਪਾਂ ਨੂੰ ਕਿਹੜਾ ਨਹੀਂ ਮਿਲਦੇ, ਆਪਾਂ ਪੱਤਰਕਾਰ ਹਾਂ ਮਿਲਦੇ ਆ ਇੱਕ ਦੂਜੇ ਨਾਲ। ਜਿੰਨੇ ਵੀ ਸਿਆਸੀ ਬੰਦੇ ਆ ਦਿਨੇ ਤਾਂ ਐਂ ਲੱਗਦਾ ਵੀ ਆਪਸ ਵਿੱਚ ਘੋਟੋ ਸ਼ਾਮ ਨੂੰ ਹਮ ਪਿਆਲਾ ਵੀ ਹੁੰਦੇ, ਤੇ ਸਾਰੀਆਂ ਹੁਣ ਇਹ ਵੀ ਗੱਲਾਂ ਹੋਣ ਲੱਗ ਗਈਆਂ ਵੀ ਉਹ ਵੀ ਉਹਦੇ ਨਾਲ ਰਲਿਆ ਤੇ ਉਹ ਵੀ ਰਲ ਵਾਲੀਆਂ ਗੱਲਾਂ ਵੀ ਆਉਂਦੀਆਂ ਲੋਕਾਂ ਨੂੰ। ਉਹ ਕਹਿੰਦਾ ਜੀ ਮੈਨੂੰ ਉਹ ਮਿਲ ਗਿਆ, ਮੈਂ ਉੱਥੇ ਕਿਸੇ ਨੇ ਤਸਵੀਰ ਖਿੱਚ ਲਈ, ਉਹ ਤਸਵੀਰ ਕਿਤੇ ਮਾੜੀ ਮੋਟੀ ਸੋਸ਼ਲ ਮੀਡੀਆ 'ਚ ਆ ਗਈ ਜੀ। ਹੁਣ ਉਹਦੇ ਤੇ ਇਲਜ਼ਾਮ ਇਹ ਮੜ ਦਿੱਤਾ ਜੀ ਇਹ ਤਾਂ ਕਾਂਗਰਸ ਪਾਰਟੀ ਜੁਆਇਨ ਕਰਨ ਵਾਲੇ ਪਾਸੇ ਚੱਲਿਆ ਸੀ। ਉਹਨੇ ਰਿਫਿਊਜ਼ ਕਰਤਾ ਵੀ ਨਾ ਮੈਂ ਕਾਂਗਰਸ ਪਾਰਟੀ ਜੁਆਇਨ ਕਰਨ ਵਾਸਤੇ ਚੱਲਿਆ ਸੀ, ਨਾ ਮੇਰਾ ਕੋਈ ਮਿਸ਼ਨ ਹੈ, ਨਾ ਮੇਰਾ ਕੋਈ ਮਕਸਦ ਹੈ ਜੀ, ਮੈਂ ਤਾਂ ਜਿੱਥੇ ਸੀ ਉੱਥੇ, ਤੇ ਉਹਨੂੰ ਕੱਢ ਦਿੱਤਾ। ਪਰ ਨਾਲ ਅਸੀਂ ਦੇਖੀਏ ਤਾਂ ਇੱਕ ਹੋਰ ਲੀਡਰ ਹੈ ਜੀ, ਜਿਹੜੇ ਪਛੜੀਆਂ ਸ਼੍ਰੇਣੀਆਂ ਦਾ ਜਿਹੜਾ ਵਿੰਗ ਹੈ ਉਹਦੇ ਮੁਖੀ ਹੈ ਜੀ, ਉਹ ਜਿਹੜੇ ਹੈਗੇ ਆ ਜੀ ਉਹ ਵੀ ਛੱਡ ਗਏ ਜੀ। ਉਹ ਕਹਿੰਦੇ ਜੀ ਮੈਂ ਨਹੀਂ ਇਸ ਪਾਰਟੀ ਦੇ ਵਿੱਚ ਰਹਿਣਾ। ਉਹਦਾ ਕਾਰਨ ਇਹ ਹੈ ਕਿ ਉਹਨਾਂ ਨੂੰ ਇਹ ਗਿਲਾ ਹੈ ਜੀ ਕਿ ਜਿਹੜੀਆਂ ਸੀਟਾਂ ਦਿੱਤੀਆਂ ਗਈਆਂ ਉਹ ਸੀਟਾਂ ਅਸੀਂ ਜਿੱਤਣ ਵਾਲੀਆਂ ਨਹੀਂ ਸਾਡੇ ਕੋਲ ਰਹੀਆਂ ਜੀ। ਮੇਰਾ ਖਿਆਲ ਜੀ ਉਹਨਾਂ ਦਾ ਨਾਮ ਹੈਗਾ ਸੁਖਬੀਰ ਸਿੰਘ। ਅੱਛਾ ਜੀ। ਸੁਖਬੀਰ ਸਿੰਘ ਨੇ ਕਹਿਤਾ ਜੀ ਮੈਂ ਨਹੀਂ ਇਸ ਪਾਰਟੀ ਦੇ ਵਿੱਚ ਰਹਿਣਾ, ਸ਼ਾਲੀਮਾਰ। ਸੁਖਬੀਰ ਸਿੰਘ ਸ਼ਾਲੀਮਾਰ ਉਹ ਛੱਡ ਗਿਆ। ਅੱਛਾ ਜੀ। ਹੁਣ ਇਹਦੇ ਜੁਦਾਨੇ ਵਾਲੀ ਸਾਹਿਬ ਜਿਵੇਂ ਬੀਬੀ ਮਾਇਆਵਤੀ ਇਹ ਗੱਲ ਕਹਿੰਦੇ ਆ ਵੀ ਤੁਹਾਨੂੰ ਤਾਂ ਇਹਨਾਂ ਤੇ ਜਿਹੜੀਆਂ ਸੀਟਾਂ ਸੀ ਦਿੱਤੀਆਂ ਇਹਨਾਂ ਤੇ ਲੜਨਾ ਹੀ ਪੈਣਾ। ਮਤਲਬ ਫਿਰ ਮਕਸਦ ਜਿਹੜੀ ਗੱਲ ਪਹਿਲਾਂ ਚੱਲਦੀ ਹੈ ਜੀ ਕਿ ਮਾਇਆਵਤੀ ਤੇ ਮਾਇਆ ਧਾਰੀਆਂ ਦਾ ਸਮਝੌਤਾ, ਬਸਪਾ ਦਾ ਤੇ ਮਤਲਬ ਅਕਾਲੀ ਦਲ ਦਾ ਸਮਝੌਤਾ ਨਹੀਂ।
ਇਹ ਉਹਦੀ ਕਰਾਮਾਤ ਹੈ ਕਿ ਕੋਈ ਅੱਗੇ ਇਲੈਕਸ਼ਨ ਆਉਂਦੀ ਹੈ। ਪਹਿਲਾਂ ਵੀ ਇਲਜ਼ਾਮ ਇਹ ਲੱਗਦੇ ਰਹੇ ਹੈ ਜੀ ਕਿ ਯੂਪੀ ਦੀ ਇਲੈਕਸ਼ਨ ਲੜਨ ਵਾਸਤੇ ਪੰਜਾਬ ਦੇ ਵਿੱਚੋਂ ਪੈਸੇ ਦਾ ਪ੍ਰਬੰਧ ਕੀਤਾ ਜਾਂਦਾ ਹੈ। ਪੈਸਾ ਕਈ ਕਿਸਮਾਂ ਦਾ ਹੁੰਦਾ ਹੈ ਜੀ, ਚੰਦਾ ਵੀ ਇਕੱਠਾ ਕੀਤਾ ਜਾਂਦਾ ਹੈ। ਕਈ ਵਾਰੀ ਪੋਲੀਟੀਕਲ ਪਾਰਟੀਆਂ ਨੂੰ, ਵੱਡੀਆਂ ਪਾਰਟੀਆਂ ਜਿਹੜੀਆਂ ਹੁੰਦੀਆਂ ਉਹ ਛੋਟੀਆਂ ਗਰੀਬ ਪਾਰਟੀਆਂ ਨੂੰ ਚੰਦਾ ਦੇ ਦਿੰਦੇ ਆ। ਮੈਂ ਵੱਡੀਆਂ ਪਾਰਟੀਆਂ ਨੂੰ ਜਾਣਦਾ। ਜਦੋਂ ਚੋਣ ਗੱਠਜੋੜ ਹੁੰਦਾ ਹੈ, ਚੋਣ ਗੱਠਜੋੜ ਵਾਲੀ ਹੁਣ ਮਿਸਾਲ ਦੇ ਤੌਰ ਦੇ ਉੱਤੇ ਆਪਾਂ ਦੇਖੀਏ ਕਿ ਗਰੀਬ ਪਾਰਟੀ ਹੈ ਜੀ ਜੀ, ਉਹਨਾਂ ਦੇ ਕੋਲੇ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜੇ ਹੈਗਾ ਇਲੈਕਸ਼ਨ ਲੜਨ ਦਾ ਮਸਾਲਾ ਨਹੀਂ ਹੁੰਦਾ, ਪੈਸਾ ਨਹੀਂ ਹੁੰਦਾ, ਪਹੁੰਚ ਹੀ ਨਹੀਂ ਹੈਗੀ ਉਹਨਾਂ ਨੂੰ ਫਿਰ ਉਹ ਦੇ ਦਿੰਦੇ ਆ। ਸਟੇਟਾਂ ਦੇ ਵਿੱਚ ਵੀ ਦਿੰਦੇ ਆ। ਇਹਦਾ ਮਤਲਬ ਇਹ ਨਹੀਂ ਕਿ ਜਿਹੜਾ ਇਹ ਪੈਸਾ ਇਕੱਲਾ ਯੂਪੀ ਵਾਸਤੇ ਵੀ ਦਿੱਤਾ ਹੋਊਗਾ, ਇੱਥੇ ਵੀ ਦਿੱਤਾ ਜਾ ਸਕਦਾ। ਇਹ ਵੀ ਹੋ ਸਕਦਾ ਹੈ ਕਿ ਜਿਹੜੀ ਕੋਈ ਲੈਣ ਦੇਣ ਹੁੰਦਾ ਉਹ ਹੈ ਕਿ ਜੀ ਭਾਈ ਸਾਡੇ ਨਾਲ ਤੁਸੀਂ ਉੱਕਾ ਪੁੱਕਾ ਗੱਲ ਕਰ ਲਓ, ਅਸੀਂ ਆਪਣੀ ਕੰਪੇਨ ਵੀ ਚਲਾਵਾਂਗੇ, ਕੱਲ੍ਹ ਨੂੰ ਆਪਣੀ ਸਰਕਾਰ ਸਾਂਝੀ ਬਣਨੀ, ਜਿਹੜੇ ਸਾਡੇ MLA ਜਿੱਤਣਗੇ ਤੁਹਾਡੇ ਕੋਲੇ ਆਉਣਗੇ। ਪਰ ਜਿਹੜਾ ਹੁਣ BSP ਦੇ ਕਾਡਰ ਨੂੰ ਜਿਹੜਾ ਖਤਰਾ ਹੋਇਆ ਪਿਆ, ਖਦਸ਼ਾ ਹੋਇਆ ਪਿਆ, ਉਹਨਾਂ ਨੂੰ ਇਹ ਹੈ ਕਿ ਇਹ ਅਸਲ ਦੇ ਵਿੱਚ ਸਮਝੌਤਾ ਜਿਹੜਾ ਹੈਗਾ ਵੋਟਾਂ ਦਾ ਤੇ ਸੀਟਾਂ ਦਾ ਨਹੀਂ, ਇਹ ਨੋਟਾਂ ਦਾ ਸਮਝੌਤਾ। ਉਹ ਨੋਟਾਂ ਦਾ ਸਮਝੌਤਾ ਕਰਕੇ ਫਿਰ ਜਿਹੜੇ ਹੈਗੇ ਉਹਨਾਂ 'ਚ ਬੇਚੈਨੀ ਹੈ। ਉਸ ਬੇਚੈਨੀ ਨੂੰ ਪ੍ਰੋਪਰਲੀ ਹੱਲ ਕਰਨ ਦੀ ਬਜਾਏ ਬਸ ਇੱਕੋ ਤਰੀਕਾ ਕਰ ਆ ਵੀ ਕੱਢ ਦਿਓ। ਮਿਸ਼ਨਰੀ ਲੋਕ ਜਿਹੜੇ ਹੈਗੇ ਉਹ ਆਪਣੇ ਮਿਸ਼ਨ ਤੋਂ ਕਦੇ ਪਾਸੇ ਨਹੀਂ ਹਟਦੇ। ਇੱਥੇ ਆਪਾਂ ਜੇ ਦੇਖੀਏ, ਜੇ ਦਲਿਤ ਭਾਈਚਾਰੇ ਦੇ ਵਿੱਚ ਦੇਖੀਏ ਤਾਂ ਦਲਿਤ ਭਾਈਚਾਰੇ ਦੇ ਵਿੱਚ ਬਹੁਤ ਸਾਰੇ ਲੋਕ ਇਸ ਕਿਸਮ ਦੇ ਹੈ ਜਿਹੜੇ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਹੈ, ਉਹਨਾਂ ਦੇ ਕੋਲ ਇੱਕ ਮਿਸ਼ਨ ਆ ਔਰ ਉਹ ਕੰਮ ਕਰ ਰਹੇ ਆ ਜੀ। ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ, ਇੱਜ਼ਤ ਕਰਦਾ। ਅਸੀਂ ਕਈ ਵਾਰੀ ਸੈਰ ਸੂਰ ਕਰਦੇ ਹੁੰਦੇ ਹਾਂ, ਕੁਛ ਬੰਦੇ ਮਿਸ਼ਨਰੀ ਮਿਲਦੇ ਹੈ, ਇਕੱਲੇ ਬੰਦੇ ਦੇ ਉੱਤੇ ਉਹ ਪੂਰਾ ਟਾਈਮ ਲਾਦੇ ਆ, ਕਿਉਂਕਿ ਉਹ ਜਿਹੜੇ ਆਪਾਂ ਨੂੰ ਹੁਣ ਕਈ ਵਾਰੀ ਆਪਾਂ ਜੱਟ ਸਮਾਜ ਚੋਂ ਆਉਣੇ ਆ, ਸਾਨੂੰ ਬੜਾ ਮਤਲਬ ਜਿਹੜਾ ਹੁੰਦਾ ਨਾ ਵੀ ਅਸੀਂ ਸਵਰਨ ਜਾਤੀ ਚੋਂ। ਮੇਰੇ ਨਾਲ ਇੱਕ ਸੱਜਣ ਸਵੇਰੇ ਮਾਰਨਿੰਗ ਵਾਕ ਦੇ ਉੱਤੇ ਹੁੰਦੇ ਸੀ, ਮੈਨੂੰ ਸਮਝਾਇਆ ਉਹਨਾਂ ਨੇ, ਉਹ ਕਹਿੰਦੇ ਤੁਸੀਂ ਆਪਣੇ ਆਪ ਦੇ ਵਿੱਚ ਹੀ ਕਰੀਦਾ ਵੀ ਅਸੀਂ ਸਰਦਾਰ ਹੁੰਦੇ, ਅਸੀਂ ਜੱਟ ਹੁੰਦੇ। ਅਸਲ ਦੇ ਵਿੱਚ ਜੇ ਤੁਸੀਂ ਉਹਨੂੰ ਮਨੂ ਸਿਮਰਨੀ ਨੂੰ ਪੜ੍ਹੋ, ਮਨੂ ਸਿਮਰਤੀ ਦੇ ਮੁਤਾਬਕ ਤਾਂ ਤੁਸੀਂ ਵੀ ਜਿਹੜੇ ਹੈਗੇ ਦਲਤਾਂ 'ਚ ਹੀ ਆਉਣੇ। ਜਿਹੜੇ ਮੂਲ ਨਿਵਾਸੀ ਆ ਉਹ ਵੀ ਉਹ ਤਾਂ ਪੰਡਤ ਹੀ ਹੈ ਨਹੀਂ, ਉਹ ਤਾਂ ਬੁੱਧੀਧਾਰੀ ਪੰਡਤ ਤੇ ਜਨੇਊਧਾਰੂ ਪੰਡਤ ਨੂੰ ਹੀ ਸਵਰਨ ਜਾਤੀ ਗਿਣਦੇ, ਬਾਕੀ ਤਾਂ ਗਿਣਦੇ ਹੀ ਨਹੀਂ। ਇਹ ਹੁਣ ਜੇ ਆਪਾਂ ਇਹਨੇ ਦੇਖੀਏ, ਉਹ ਜਿਹੜੇ ਉਸ ਕਿਸਮ ਦੇ ਮਿਸ਼ਨਰੀ ਆ, ਉਹਨਾਂ ਮਿਸ਼ਨਰੀਆਂ ਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ। ਸੋ ਉਹਨਾਂ ਨੂੰ ਠੰਡੇ ਕਰਨ ਵਾਸਤੇ ਉਹਨਾਂ ਕੱਢਣ ਕਢਾਉਣ ਵਾਲਾ ਕੰਮ ਹੈ ਜਿਹੜਾ ਸ਼ੁਰੂ ਹੋ ਗਿਆ ਜੀ। ਫਿਰ ਇਹਦਾ ਨਤੀਜਾ ਕੀ ਰਹੂਗਾ ਜੀ? ਨਤੀਜਾ ਤਾਂ ਇਹ ਰਹੂਗਾ ਕਿ ਜਿਹੜੇ ਲੋਕ ਇੰਨੇ ਦੁਖੀ ਹੈ ਉਹ ਫਿਰ ਵੋਟਾਂ ਤਾਂ ਨਹੀਂ ਪਾਉਣਗੇ। ਉਹ ਤਾਂ ਆਪਣੀ ਮਰਜ਼ੀ ਹੈ ਜਿਹੜੀ ਉਹ ਆਪਣੀ ਮਾਈਂਡ ਅਪਲਾਈ ਕਰਨਗੇ ਕਿ ਉਹ ਉਂਝ ਵੀ ਜੇ ਆਪਾਂ ਦੇਖੀਏ ਜਿਹੜਾ ਦਲਿਤ ਸਮਾਜ ਹੈ ਤੇ ਅਕਾਲੀ ਦਲ ਹੈ, ਅਕਾਲੀ ਦਲ ਨੂੰ ਜੇ ਆਪਾਂ ਦੇਖੀਏ, ਠੀਕ ਹੈ, ਅਕਾਲੀ ਦਲ ਦੇ ਵਿੱਚ ਲੋਕ ਵੋਟਾਂ ਉਹਨਾਂ ਨੂੰ ਗਰੀਬ ਲੋਕ ਵੀ ਪਾ ਦਿੰਦੇ ਆ, ਜਿਹੜੇ ਛੋਟੇ ਜੱਟ ਹੈ ਜ਼ਿਮੀਂਦਾਰ ਉਹ ਵੀ ਪਾ ਦਿੰਦੇ ਹੈ। ਲੇਕਿਨ ਅੱਜ ਦੀ ਅਕਾਲੀ ਲੀਡਰਸ਼ਿਪ ਨੂੰ ਦੇਖੀਏ ਤਾਂ ਇਹ ਅਕਾਲੀ ਲੀਡਰਸ਼ਿਪ ਕਿਹੜੀ ਹੈ? ਇਹ ਅਕਾਲੀ ਲੀਡਰਸ਼ਿਪ ਕਿਸੇ ਜ਼ਮਾਨੇ ਦੇ ਵਿੱਚ ਜਿਹੜੀ ਹੈ ਕਿਸਾਨੀ ਨੂੰ ਰਿਪਰੈਜ਼ੈਂਟ ਕਰਦੀ ਸੀ, ਪਰ ਹੁਣ ਇਹ ਕਿਸਾਨੀ ਨੂੰ ਨਹੀਂ ਰਿਪਰੈਜ਼ੈਂਟ ਕਰਦੀ, ਇਹ ਧਨੀ ਕਿਸਾਨੀ ਨੂੰ ਵੀ ਨਹੀਂ ਰਿਪਰੈਜ਼ੈਂਟ ਕਰਦੀ। ਇਹ ਤਾਂ ਉਹਦੇ ਉੱਤੇ ਕਿਉਂਕਿ ਧਨੀ ਕਿਸਾਨੀ ਦੇ ਵਿੱਚੋਂ ਨਿਕਲ ਕੇ ਜਿਹੜੀ ਅੱਜ ਦੀ ਲੀਡਰਸ਼ਿਪ ਹੈ ਉਹ ਤਾਂ ਕਾਰਪੋਰੇਟ ਬਣ ਗਈ। ਉਹਨਾਂ ਦਾ ਸਾਰਾ ਕਾਰੋਬਾਰ ਦੇਖੋ, 5 ਸਟਾਰ ਹੋਟਲ, 7 ਸਟਾਰ ਦੇਖੋ ਜੀ, ਪ੍ਰੈਸ ਕਾਨਫਰੰਸ 5 ਸਟਾਰ ਰਹਿਣਾ 5 ਸਟਾਰ। ਦੇਖੋ ਸੁਖਬੀਰ ਸਿੰਘ ਬਾਦਲ ਕਿਤੇ ਸੋਚਿਆ ਤੁਸੀਂ ਵੀ ਸਰਕਟ ਹਾਊਸ 'ਚ ਹੀ ਰੁਕੇ ਹੋਣ ਜਾਂ ਕੈਪਟਨ ਅਮਰਿੰਦਰ ਸਿੰਘ ਰੁਕਿਆ ਹੋਵੇ? ਹੋਟਲਾਂ 'ਚ ਹੀ ਰੁਕਣਾ। ਪੰਜਾਬ ਭਵਨ ਕਪੂਰਥਲਾ ਹਾਊਸ ਕਿੱਡਾ ਵੱਡਾ, ਨਹੀਂ ਰੁਕਦੇ ਕਿਉਂਕਿ ਸੋਚ ਹੀ ਇਹਨਾਂ ਦੀ ਉੱਧਰ ਚਲੀ ਗਈ। ਜਦੋਂ ਮੁੱਖ ਮੰਤਰੀ ਹੁੰਦੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਪੂਰਥਲਾ ਹਾਊਸ 'ਚ ਰੁਕਦੇ ਰਹੇ। ਮੈਂ ਕਹਿੰਦਾ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰਦਾ ਮੈਂ, ਸੁਖਬੀਰ ਸਿੰਘ ਬਾਦਲ ਦੀ ਗੱਲ। ਹਾਂ, ਕੈਪਟਨ ਅਮਰਿੰਦਰ ਸਿੰਘ ਵੀ ਕਪੂਰਥਲਾ ਹਾਊਸ ਦੇ ਵਿੱਚ ਰੁਕਦੇ ਜੀ ਹੁਣ ਵੀ। ਪਰ ਉਹ ਜਦੋਂ ਹੁੰਦਾ ਨਾ ਸ਼ਾਮ ਨੂੰ ਜਿਹੜੇ ਡਿਨਰ ਡਿਪਲੋਮੇਸੀ ਉਹ ਵੱਡੇ ਹੋਟਲਾਂ 'ਚ ਹੁੰਦੀ ਹੈ। ਲੇਕਿਨ ਸੁਖਬੀਰ ਸਿੰਘ ਬਾਦਲ ਬਾਰੇ ਜਿਹੜੇ ਮੈਨੂੰ ਪਤਾ ਲੱਗਿਆ, ਸੁਖਬੀਰ ਸਿੰਘ ਬਾਦਲ ਦੀ ਆਪਣੀ ਰਿਹਾਇਸ਼ ਹੈ, ਉਹ ਕੋਠੀ ਦੀ ਤਾਂ ਸ਼ਾਇਦ ਮੇਰਾ ਖਿਆਲ ਵੀ ਰੈਨੋਵੇਸ਼ਨ ਹੋ ਰਹੀ ਹੈ, ਨਵੀਂ ਕੋਠੀ ਬਣਾ ਰਹੇ ਹੈ। ਉਹਨਾਂ ਦੇ ਵਾਸਤੇ ਜਿਹੜੀ ਹੈਗੀ ਹੈ ਚੰਡੀਗੜ੍ਹ ਦੇ ਵਿੱਚ, ਉਹ ਆਪਣੇ ਜਿਹੜੇ ਹੈਗੇ ਆ ਸੁਖ ਵਿਲਾਸ ਹੋਟਲ 'ਚ ਰਹਿੰਦੇ, ਉੱਥੇ ਰਹਿੰਦੇ। ਸੁਖ ਵਿਲਾਸ ਹੋਟਲ ਦੇ ਵਿੱਚੋਂ ਮਤਲਬ ਜਿਹੜੇ ਹੈਗੇ ਰੈਸਟ ਹਾਊਸ ਵਗੈਰਾ 'ਚ ਨਹੀਂ ਰਹਿੰਦੇ। ਜਿਹੜੇ ਪੁਰਾਣੇ ਜਥੇਦਾਰ ਹੁੰਦੇ ਸੀ ਉਹ ਗੁਰਦੁਆਰਿਆਂ 'ਚ ਰਹਿੰਦੇ ਸੀ, ਲੰਗਰ ਛਕਦੇ ਸੀ। ਹਾਂ, ਉਹ ਤਾਂ ਬੱਸਾਂ ਤੇ ਚੜ੍ਹਨ ਵਾਲੇ ਬੰਦੇ ਸੀ। ਉਦੋਂ ਅਸੀਂ ਕਹਿ ਸਕਦੇ ਹਾਂ ਕਿ ਉਹ ਆਮ ਸਿੱਖਾਂ ਨੂੰ ਤੇ ਆਮ ਕਿਸਾਨਾਂ ਨੂੰ ਰਿਪਰੈਜ਼ੈਂਟ ਕਰਨ ਵਾਲੀ ਲੀਡਰਸ਼ਿਪ ਸੀ। ਅੱਜ ਵਾਲੀ ਲੀਡਰਸ਼ਿਪ ਜਿਹੜੀ ਹੈਗੀ, ਅੱਜ ਵਾਲੀ ਲੀਡਰਸ਼ਿਪ ਬਹੁਤ ਉੱਪਰ ਚਲੀ ਗਈ ਹੈ। ਇਸ ਵਾਸਤੇ ਜਿਹੜਾ ਦਲਿਤ ਭਾਈਚਾਰਾ ਹੈ, ਦਲਿਤ ਭਾਈਚਾਰੇ ਦੀ ਜਿਹੜੀ ਹੈਗੀ ਇਸ ਕਿਸਮ ਦੀ ਲੀਡਰਸ਼ਿਪ ਦੇ ਨਾਲ ਜਿਹੜਾ ਸੁਚੇਤ ਮਿਸ਼ਨਰੀ ਲੋਕ ਹੈ, ਉਹ ਮਿਸ਼ਨਰੀ ਲੋਕ ਇਹਨਾਂ ਚੀਜ਼ਾਂ ਨੂੰ ਸਮਝਦੇ ਕਿ ਲੜਾਈ ਤਾਂ ਸਾਡੀ ਇਹਨਾਂ ਨਾਲ ਹੈ, ਸਾਡਾ ਮਿਸ਼ਨ ਕਿਵੇਂ ਪੂਰਾ ਹੋਊਗਾ। ਇਸ ਕਰਕੇ ਮੇਰਾ ਨਹੀਂ ਖਿਆਲ ਕਿ ਇਸ ਸਮਝੌਤੇ ਦੇ ਉੱਤੇ ਜਿਵੇਂ ਉਹਨਾਂ ਨੂੰ ਆਸ ਹੈ ਕਿ ਸਾਰੀ ਦੀ ਸਾਰੀ ਕਾਡਰ ਵੋਟ ਪੈ ਜੂਗੀ, ਮਿਸ਼ਨਰੀ ਨਹੀਂ ਵੋਟ ਪਾਉਣਗੇ। ਔਰ ਮਿਸ਼ਨਰੀ ਆਪਣੇ, ਕਿਉਂਕਿ ਕੰਮ ਅਸਲ ਦੇ ਵਿੱਚ ਕੰਮ ਕਰਨ ਵਾਲੇ ਮਿਸ਼ਨਰੀ ਹੁੰਦੀ ਹੈ। ਭਾਰਤੀ ਜਨਤਾ ਪਾਰਟੀ ਦੀ ਜੇ ਆਪਾਂ ਗੱਲ ਦੇਖੀਏ, ਭਾਰਤੀ ਜਨਤਾ ਪਾਰਟੀ ਆਪਾਂ ਨੂੰ ਦਿਖਦੀ ਹੈ, ਲੇਕਿਨ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਅਸਲ ਬੇਸ ਹੈ ਉਹ ਤਾਂ RSS ਹੈ। RSS ਦੇ ਜਿਹੜੇ ਪ੍ਰਚਾਰਕ, RSS ਦੇ ਮੈਂਬਰ ਹੈ, ਕੰਮ ਤਾਂ ਉਹ ਕਰਦੇ, ਉਹ ਥੱਲੇ ਤੱਕ ਜਾਂਦੇ ਆ। ਪੰਨਾ ਪ੍ਰਮੁੱਖ ਉਹਨਾਂ ਨੂੰ ਬਣਾਇਆ ਜਾਂਦਾ। ਪੰਨਾ ਪ੍ਰਮੁੱਖ ਚਲੋ ਹਿੰਦੀ ਦਾ ਲਫ਼ਜ਼ ਹੈ। ਪੰਨਾ ਪ੍ਰਮੁੱਖ ਕੀ ਹੈ ਕਿ ਇੱਕ ਆਪਣੇ ਕੋਲ ਵੋਟਰ ਲਿਸਟ ਆ ਗਈ, ਵੋਟਰ ਲਿਸਟ ਦੇ ਵਿੱਚ 15 ਪੇਜ ਹੈ, ਇੱਕ ਪੇਜ ਇੱਕ ਬੰਦੇ ਨੂੰ ਦਿੱਤਾ,
ਉਹਨੂੰ ਕਹਿੰਦਾ ਕਿ ਆਹ ਜਿਹੜੇ ਇਸ ਪੇਜ ਦੇ ਵਿੱਚ ਜਿੰਨੀਆਂ ਵੋਟਾਂ ਹੈਗੀਆਂ ਨਾ, ਵੋਟਾਂ ਨੂੰ ਟਰੇਸ ਤੁਸੀਂ ਕਰਨਾ ਹੈ, ਇਹਨਾਂ ਵੋਟਾਂ ਤੱਕ ਕੱਲੇ ਤੱਕ ਪਹੁੰਚ ਕਰਨੀ ਹੈ ਜੀ। ਕੱਲ ਨੂੰ ਜਦੋਂ ਪੋਲਿੰਗ ਹੋਣੀ ਹੈ ਉਦੋਂ ਕੱਲੇ ਬੰਦੇ ਨੂੰ ਲੈ ਕੇ ਜਾਣਾ ਹੈ। ਇਹ ਕੰਮ ਜਿਹੜਾ ਹੈਗਾ ਨਾ, ਦਾਨੇਵਾਲੀਆ ਸਾਹਿਬ ਇਹ ਕੰਮ ਕਰਦੇ ਆ RSS ਦੇ ਵਰਕਰ। ਜੀ ਜੀ। ਜਿਵੇਂ RSS ਦੇ ਵਰਕਰ ਕਿਸੇ ਜ਼ਮਾਨੇ 'ਚ ਕਮਿਊਨਿਸਟਾਂ ਦੇ ਵੀ ਵਰਕਰ ਹੁੰਦੇ ਸੀ, ਉਹ ਬਹੁਤ ਕਮਜ਼ੋਰ ਪੈ ਗਈ। ਬਿਲਕੁਲ। ਲੇਕਿਨ ਦਲਿਤ ਭਾਈਚਾਰੇ ਦੇ ਵਿੱਚ ਜਿਹੜੇ ਮਿਸ਼ਨਰੀ ਅਜੇ ਤੱਕ ਹੈਗੇ ਇਹ ਕੰਮ ਕਰਨ ਵਾਲੇ, ਉਹੀ ਉਹਨਾਂ ਦੀ ਜਿੰਦ ਜਾਨ ਹੈ। ਤੇ ਜਦੋਂ ਉਹਨਾਂ ਦੇ ਵਿੱਚ ਬੇਚੈਨੀ ਪੈਦਾ ਹੁੰਦੀ ਹੈ, ਉਹਨਾਂ ਦੇ ਵਿੱਚ ਨਾਰਾਜ਼ਗੀ ਪੈਦਾ ਹੁੰਦੀ ਹੈ, ਤਾਂ ਨੈਚੁਰਲ ਹੈ ਫਿਰ ਇਲੈਕਸ਼ਨ ਤੇ ਤਾਂ ਪੋਜ਼ਿਟਿਵ ਅਸਰ ਨਹੀਂ ਪੈਣਾ, ਨੈਗੇਟਿਵ ਅਸਰ ਹੀ ਪਊਗਾ। ਜੀ ਜੀ। ਤੇ ਢਿੱਲੋਂ ਸਾਹਿਬ, ਇੱਥੇ ਤੁਹਾਨੂੰ ਪਤਾ ਹੋਣਾ ਕਿ ਬਠਿੰਡੇ ਬਹੁਤ ਚਰਚਾ ਹੋ ਗਈ, ਇੱਥੋਂ ਦੇ ਸਾਬਕਾ ਵਿਧਾਇਕ ਸਰੂਪ ਸਿੰਗਲਾ ਥਰਮਲ ਦੀਆਂ ਜਿਹੜੀਆਂ ਰਿਜ਼ਰਵੇਅਰ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਵਾਹ ਸਟੋਰ ਕਰਨ ਵਾਲੀਆਂ ਝੀਲਾਂ ਤਾਂ ਨਹੀਂ ਕਹਿ ਸਕਦੇ, ਉੱਪਰ ਟਿੱਬੇ ਜੇ ਉੱਥੇ ਗਏ ਤੇ ਉੱਥੇ ਉਹਨਾਂ ਨੇ ਕਹਿਤਾ ਜੀ ਸਾਰਾ ਜਿਹੜਾ ਇੱਥੋਂ ਜਿਹੜਾ ਨਜਾਇਜ਼ ਤੌਰ ਦੇ ਉੱਤੇ ਇਹਦਾ ਹੋ ਰਿਹਾ। ਉਸ ਤੋਂ ਬਾਅਦ ਸਿਆਸਤ ਭੱਗ ਗਈ ਪੰਜਾਬ ਦੀ, ਕਿਉਂਕਿ ਸਿੱਧੇ ਦੋਸ਼ ਉਹਨਾਂ ਨੇ ਵਿੱਤ ਮੰਤਰੀ ਤੇ ਉਹਨਾਂ ਦੇ ਰਿਸ਼ਤੇਦਾਰ ਤੇ ਦੋਨਾਂ ਤੇ ਲਾਏ। ਅਕਾਲੀ ਦਲ ਨੇ ਤਾਂ ਘੇਰਨਾ ਹੀ ਘੇਰਨਾ ਸੀ, ਕਹਿੰਦੇ ਬਾਹਾਂ ਕਾਂਗਰਸੀਆਂ ਨੇ ਵੀ ਚੜਾ ਲਈਆਂ। ਦੇਖੋ ਦਾਨੇਵਾਲੀਆ ਸਾਹਿਬ, ਇਸ ਵੇਲੇ ਜਿਹੜਾ ਵਰਨਿੰਗ ਇਸ਼ੂ ਹੈ, ਉਹਨਾਂ ਵਰਨਿੰਗ ਇਸ਼ੂ ਦੇ ਵਿੱਚ ਦੋ ਚੀਜ਼ਾਂ ਹੈ ਜੀ। ਪਹਿਲੇ ਨੰਬਰ ਦੇ ਉੱਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਜਿਹੜਾ ਲਾਠੀ ਚਾਰਜ ਹੋਇਆ, ਗੋਲੀकांड ਹੋਇਆ ਜੀ, ਉਹਦੇ ਵਿੱਚ ਠੀਕ ਪ੍ਰਾਪਰ ਕਾਰਵਾਈ ਨਹੀਂ ਹੋਣੀ। ਇਹ ਮਾਮਲਾ ਜਿਹੜਾ ਹੈਗਾ ਕਾਂਗਰਸ ਹਾਈ ਕਮਾਂਡ ਤੱਕ ਪਹੁੰਚਿਆ। ਨਵਜੋਤ ਸਿੱਧੂ ਨੇ ਇਹਨੂੰ ਬਾਖੂਬੀ ਉਠਾਇਆ ਜੀ। ਇਹਨੂੰ ਜਿਹੜੇ ਹੈਗੇ ਕਾਂਗਰਸ ਪਾਰਟੀ 'ਚ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਸਿਪਾਹ ਸਲਾਰ ਹੁੰਦੇ ਸੀ, ਜੀ ਜੀ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਸੁਖਜਿੰਦਰ ਸਿੰਘ ਰੰਧਾਵਾ ਵਰਗੇ, ਉਹਨਾਂ ਬੰਦਿਆਂ ਨੇ ਵੀ ਉਠਾਇਆ। ਕਾਂਗਰਸ ਪਾਰਟੀ ਦੇ MLA ਨੂੰ ਦਿੱਲੀ ਬੁਲਾਇਆ ਗਿਆ। ਪਹਿਲਾਂ 3 ਮੈਂਬਰੀ ਕਮੇਟੀ ਨੇ ਸੁਣਿਆ, ਹੁਣ ਲਗਾਤਾਰ ਸੁਣ ਰਿਹਾ ਰਾਹੁਲ ਗਾਂਧੀ ਜੀ। ਉਹਦੇ ਵਿੱਚੋਂ ਜਿਹੜੀ ਗੱਲ ਨਿਖਰ ਕੇ ਸਾਹਮਣੇ ਆਈ, ਉਹਦੇ ਆਧਾਰ ਦੇ ਉੱਤੇ ਇੱਕ 18 ਨੁਕਾਤੀ ਪ੍ਰੋਗਰਾਮ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤਾ ਗਿਆ ਕਿ ਤੁਸੀਂ ਇਹਨੂੰ ਇੰਪਲੀਮੈਂਟ ਕਰੋ। ਜੀ ਜੀ। ਔਰ ਉਸ 18 ਨੁਕਾਤੀ ਪ੍ਰੋਗਰਾਮ ਦੇ ਵਿੱਚ ਜਿਹੜੇ ਦੋ ਅਹਿਮ ਨੁਕਤੇ ਹੈ, ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਦੂਜਾ ਆ ਗਿਆ ਮਾਫੀਆ ਰਾਜ ਜੀ। ਤੇ ਮਾਫੀਆ ਰਾਜ ਜਿਹੜਾ ਹੈਗਾ, ਮਾਫੀਆ ਰਾਜ ਆਪਾਂ ਜਿਹੜਾ ਮਾਫੀਆ ਕਿਵੇਂ ਕੰਟਰੋਲ ਕਰਦਾ ਹੈ, ਆਮ ਤੌਰ ਦੇ ਉੱਤੇ ਚਾਹੇ ਅਕਾਲੀ ਦਲ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਪਾਰਟੀ ਦੀ ਸਰਕਾਰ ਹੋਵੇ, ਇਹਦੇ 'ਚ ਅਸੀਂ ਦੇਖਾਂਗੇ ਕਿ ਲੈਂਡ ਮਾਫੀਆ ਜੀ, ਸੈਂਡ ਮਾਫੀਆ, ਲੀਕਰ ਮਾਫੀਆ, ਕੇਬਲ ਮਾਫੀਆ ਤਾਂ ਖੈਰ ਰਹਿ ਗਿਆ, ਟਰਾਂਸਪੋਰਟ ਮਾਫੀਆ, ਸਾਰੇ ਮਾਫੀਆ ਚੱਲਦੇ ਜੀ। ਜੇ ਕੇਬਲ ਮਾਫੀਆ ਦੀ ਗੱਲ ਕਰੀਏ ਆਪਾਂ, ਟਰਾਂਸਪੋਰਟ ਮਾਫੀਆ ਦੀ ਗੱਲ ਕਰ ਰਹੀਏ, ਇਹ ਕੁਝ ਵੱਡੇ ਘਰਾਂ ਦਾ ਆ ਗਿਆ। ਬਾਕੀ ਲੈਂਡ ਮਾਫੀਆ, ਸੈਂਡ ਮਾਫੀਆ, ਲੀਕਰ ਮਾਫੀਆ ਜਿਹੜੇ ਇਹਨਾਂ ਨੂੰ ਛੱਡਤਾ ਵੀ ਕਮਾਉਣ ਨੂੰ, ਜਿਹੜੇ ਇਹਦੇ ਨਾਲ ਜਿਹੜਾ ਨਸ਼ਿਆਂ ਦਾ ਕਾਰੋਬਾਰ, ਉਹ ਵੀ ਇੱਕ ਮਾਫੀਆ ਆ ਗਿਆ। ਇਹਦੇ ਵਿੱਚ ਜਿਹੜੇ ਬੰਦੇ ਆ ਉਹ ਪ੍ਰੋਫੈਸ਼ਨਲ ਬੰਦੇ ਹੁੰਦੇ ਆ, ਬਹੁਤ ਚੰਗੀ ਤਰ੍ਹਾਂ ਉਹਨਾਂ ਦੇ ਕੋਲ ਇੱਕ ਪੂਰਾ ਨੈਟਵਰਕ ਹੁੰਦਾ ਹੈ ਜੀ। ਆਪਾਂ ਬੜੀ ਵਾਰੀ ਗੱਲ ਕੀਤੀ ਹੈ ਕਿ ਜਦੋਂ ਇਲੈਕਸ਼ਨ ਪਹਿਲਾਂ ਹਰਿਆਣੇ ਦੇ ਵਿੱਚ ਇਹ ਕੰਮ ਚੱਲਦਾ ਹੁੰਦਾ ਸੀ, ਉਦੋਂ ਸਿੰਥੈਟਿਕ ਨਸ਼ਾ ਨਹੀਂ ਸੀ ਹੁੰਦਾ, ਉਦੋਂ ਆਮ ਤੌਰ ਤੇ ਭੁੱਕੀ ਤੇ ਫੀਮ ਦਾ ਕੰਮ ਹੁੰਦਾ ਸੀ ਜੀ। ਇਹ ਕਹਿੰਦੇ ਹੁੰਦੇ ਸੀ ਕਿ ਹਰਿਆਣੇ ਦੇ ਵਿੱਚ ਜਦੋਂ ਸਰਕਾਰ ਬਦਲ ਜਾਂਦੀ ਸੀ ਤੇ ਸਰਕਾਰ ਦੇ ਨਾਲ ਹੀ ਮਾਫੀਆ ਦੇ ਚਿਹਰੇ ਵੀ ਬਦਲ ਜਾਂਦੇ। ਬਿਲਕੁਲ। ਉਹ ਕੀ ਕਰਦੇ ਸੀ, ਉਹ ਰਾਤ ਨੂੰ 12 ਵਜੇ ਕਹਿੰਦੇ ਆ ਲਓ ਜੀ ਆ ਚੱਕੋ ਤੱਕੜੀਆਂ। ਆਪਣਾ ਮਸ਼ਹੂਰੀ ਡੱਬ ਵਾਲੀ ਕੋਲੇ ਪਿੰਡ, ਕਹਿੰਦੇ ਤੱਕੜੀਆਂ ਬੱਟੇ ਸਾਰਾ ਕੁਝ ਦੂਜੇ ਜੰਡ ਵਾਲਾ ਪਿੰਡ, ਆ ਤੱਕੜੀਆਂ ਚੱਕੋ, ਆ ਬੱਟੇ ਚੱਕੋ, ਆ ਗੱਡੀਆਂ ਚੱਕੋ, ਆ ਸਾਰਾ ਸਮਾਨ ਤੁਸੀਂ ਲੈ ਲਓ। ਇਵੇਂ ਜਿਵੇਂ ਸ਼ਰਾਬ ਵਾਲੇ ਜਿਹੜੇ ਠੇਕੇਦਾਰ ਸੀ ਖੜੇ ਖੜੋਤੇ ਉਹ ਛੱਡ ਜਾਂਦੇ ਸੀ, ਸਾਡਾ ਤਾਂ ਗਿਆ ਕੰਮ, ਹੁਣ ਸਾਨੂੰ ਨਹੀਂ ਮਿਲਣਾ ਤੇ ਤੁਸੀਂ ਲਓ ਤੇ ਤੁਸੀਂ ਆਪਣਾ ਸੰਭਾਲੋ। ਉਹ ਆਪਦਾ ਕੰਮ ਕਰਦੇ ਰਹਿੰਦੇ ਸੀ। ਹੁਣ ਕੀ ਹੈ, ਹੁਣ ਪੰਜਾਬ ਦੇ ਵਿੱਚ ਵੀ ਇਹ ਮਾਮਲਾ ਆ ਗਿਆ ਜੀ। ਪੰਜਾਬ ਦੇ ਵਿੱਚ ਚਿਹਰੇ ਨਹੀਂ ਬਦਲਦੇ, ਮਾਫੀਆ ਉਹੀ ਹੈ, ਮਾਫੀਆ ਦੇ ਸਰਪ੍ਰਸਤਾਂ ਦੇ ਚਿਹਰੇ ਬਦਲ ਜਾਂਦੇ, ਉਹ ਉੱਧਰ ਹੋ ਜਾਂਦੇ। ਹਾਂ, ਉਹ ਫਿਰ ਇਹ ਵੀ ਅਸੀਂ ਪਹਿਲਾਂ ਕਰਦੇ ਸੀ ਜੀ ਕਾਂਗਰਸ ਵਾਸਤੇ, ਅਕਾਲੀ ਦਲ ਹੁਣ ਤੁਹਾਡੇ ਲਈ ਕਰਾਂਗੇ। ਅਕਾਲੀ ਦਲ ਵਾਸਤੇ ਕੰਮ ਕਰਦੇ ਵੀ ਉਦੋਂ ਵੀ ਉਹ ਪੰਜੀ ਦਵੰਜੀ ਕੱਢ ਲੈਂਦੇ, ਉਹਦੇ ਵਿੱਚੋਂ ਉਹ ਕਾਂਗਰਸ ਦਾ ਵੀ ਹਿੱਸਾ ਰੱਖਦੇ ਹੁੰਦੇ ਸੀ ਕਿ ਇਹਨਾਂ ਬੰਦਿਆਂ ਨੇ ਇਲੈਕਸ਼ਨ ਲੜਨੀ ਹੈ ਜੀ, ਇਹਨਾਂ ਨੂੰ ਵੀ ਦੇ ਦਈਏ। ਮੈਨੂੰ ਤਾਂ ਇਹ ਪਤਾ ਲੱਗਿਆ ਵੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਵੀ ਦੇਣ ਲੱਗੇ ਸੀ। ਇੱਥੇ ਆਪਣੇ ਕਹਿੰਦੇ ਰਿਫਾਈਨਰੀ ਵਾਲੇ ਚ ਸਾਰੇ ਥਾਵਾਂ ਤੇ ਉਹ ਕਹਿੰਦੇ ਜੀ, ਕਿਉਂਕਿ ਉਹਨਾਂ ਨੂੰ ਪਤਾ ਇਸ ਗੱਲ ਦਾ MLA ਰੌਲਾ ਪੂ ਵਿਧਾਨ ਸਭਾ ਦੇ ਵਿੱਚ ਜਾਂਦੇ ਆ, ਉਹਨਾਂ ਦਾ ਵੀ ਉਹ ਕੱਢਦੇ ਵੀ ਆ ਲਓ ਤੇਰਾ ਵੀ ਲੈ ਲਓ। ਹਾਂ, ਜਿਵੇਂ ਮਤਲਬ ਤੁਸੀਂ ਇਹ ਦੇਖੋ ਕਿ ਕਾਰਪੋਰੇਟ ਘਰਾਣੇ ਹੈ, ਪਹਿਲਾਂ ਟਾਟੇ ਬਾਟੇ ਬਿਰਲੇ ਹੁੰਦੇ, ਡਾਲਮੀ ਹੁੰਦੇ ਸੀ, ਉਹ ਜਿੱਤਣ ਵਾਲੀ ਪਾਰਟੀ ਨੂੰ ਵੀ ਪੈਸੇ ਦੇ ਦਿੰਦੇ ਸੀ ਤੇ ਹਾਰਨ ਵਾਲੇ ਜਿੱਤਣ ਵਾਲੇ ਨੂੰ ਵੱਧ ਦੇ ਦਿੰਦੇ ਸੀ ਤੇ ਹਾਰਨ ਵਾਲੇ ਨੂੰ ਘੱਟ ਦੇ ਦਿੰਦੇ ਸੀ। ਇਵੇਂ ਜਿਵੇਂ ਜਿਹੜੀ ਇਹ ਪਹਿਲਾਂ ਰੱਖਦੇ ਆ ਨਾ, ਇਹ ਇਸ ਕਰਕੇ ਰੱਖਦੇ ਆ ਕਿ ਸਾਡੀ ਜਿਹੜੀ ਇੰਟਰੋਡਕਸ਼ਨ ਹੋਵੇ। ਆਮ ਤੌਰ ਤੇ ਸਿਫਾਰਿਸ਼ ਹੈ ਜਿਹੜੀ, ਸਿਫਾਰਿਸ਼ ਨੂੰ ਕਿਸੇ ਜ਼ਮਾਨੇ ਦੇ ਵਿੱਚ ਮੈਂ ਇੱਕ ਵਾਰੀ ਇੱਕ ਵੱਡੇ ਲੀਡਰ ਨਾਲ ਗੱਲ ਕਰਨ ਲੱਗ ਗਿਆ, ਬੂਟਾ ਸਿੰਘ ਨਹੀਂ ਰਹੇ ਹੁਣ ਇਸ ਦੁਨੀਆ ਦੇ ਵਿੱਚ, ਅਸੀਂ ਉਹਨਾਂ ਕੋਲ ਗਏ ਸੀ, ਕੋਈ ਟੈਲੀਫੋਨ ਦੀ ਗੱਲਬਾਤ ਕਰਾਉਣ ਲੱਗੇ ਤੇ ਕਿਸੇ ਸੱਜਣ ਨੇ ਕਿਹਾ ਬੂਟਾ ਸਿੰਘ ਨੂੰ ਜੀ ਮੇਰਾ ਟੈਲੀਫੋਨ ਕਰ ਦਿਓ। ਉਹਨੇ ਟੈਲੀਫੋਨ ਕਰਤਾ ਵੀ ਇਹ ਬੰਦਾ ਮੇਰਾ, ਤੂੰ ਆਪਦਾ ਖਿਆਲ ਰੱਖੀ। ਤੇ ਬਾਅਦ ਦੇ ਵਿੱਚ ਮਤਲਬ ਉਹਨੇ ਕਹਿਤਾ, ਜਿਹੜਾ ਉਹ ਬੰਦਾ ਜਿਹਦਾ ਕੰਮ ਸੀ ਮਿੱਤਰੀ ਹੈ ਮੇਰਾ, ਉਹਨੂੰ ਕਹਿੰਦਾ ਲੈ ਭਾਈ ਹੁਣ ਤੂੰ ਅੱਗੇ ਜਾ ਕੇ ਗੱਲ ਕਰ ਲਈ। ਕਹਿੰਦਾ ਕੀ ਜੀ ਸਿਫਾਰਿਸ਼? ਉਹ ਕਹਿੰਦਾ ਸਿਫਾਰਿਸ਼ ਹੈ ਜਾਣ ਪਛਾਣ ਦੀ, ਇਹ ਤੇਰੀ ਇੰਟਰੋਡਕਸ਼ਨ ਕਰਵਾਤੀ, ਬਾਕੀ ਕੰਮ ਤੇਰਾ ਮਹਾਤਮਾ ਗਾਂਧੀ ਨੇ ਕਰਨਾ।
ਵੀ ਤੈਨੂੰ ਵੜਦਾ ਕਰਤਾ ਅੰਦਰ ਤੈਨੂੰ ਵੀ ਉਹ ਤੇਰੇ ਨਾਲ ਖੁੱਲ ਕੇ ਗੱਲ ਕਰ ਲੂਗਾ। ਗੱਲ ਕਰ ਲੂ। ਤੇ ਮਹਾਤਮਾ ਗਾਂਧੀ ਨੇ ਅਸਲ ਕੰਮ ਮਹਾਤਮਾ ਗਾਂਧੀ ਨੇ ਕਰਨੇ। ਇਵੇਂ ਜਿਵੇਂ ਮਹਾਤਮਾ ਗਾਂਧੀ ਨੂੰ ਉਹ ਨਾਲ ਦੀ ਨਾਲ ਕਹਿ ਦੇ ਦਿੰਦੇ ਵੀ ਆ ਲਓ ਜੀ ਆ ਤੁਸੀਂ ਮਹਾਤਮਾ ਗਾਂਧੀ, ਤੁਸੀਂ ਕੱਲ ਨੂੰ ਜਦੋਂ ਆਪਾਂ ਨੂੰ ਆਉਣਾ ਤੇ ਕੋਈ ਦਿੱਕਤ ਨਾ ਹੋਵੇ ਅਸੀਂ ਉਸ ਵੇਲੇ ਗੱਲ ਕਰ ਲਈ। ਇਹ ਕੰਮ ਚੱਲਦਾ ਪੰਜਾਬ ਦੇ ਵਿੱਚ। ਔਰ ਸਾਡੇ ਵਾਸਤੇ ਬਦਕਿਸਮਤੀ ਸਾਡੀ ਇਹ ਹੈ ਕਿ ਜਿਨ੍ਹਾਂ ਲੋਕਾਂ ਦੇ ਬਾਰੇ ਇਹ ਸਮਝਿਆ ਜਾਂਦਾ ਸੀ ਕਿ ਲੋਕ ਬੜੇ ਵਧੀਆ, ਉਹ ਲੋਕ ਇਸ ਮਾਮਲੇ 'ਚ ਪੈ ਗਏ। ਜੇ ਆਪਾਂ ਬਠਿੰਡੇ ਦੀ ਗੱਲ ਕਰੀਏ ਤਾਂ ਬਠਿੰਡੇ ਦੇ ਵਿੱਚ ਅਖਬਾਰਾਂ 'ਚ ਬੜੀ ਖਬਰ ਆਪਣਾ ਚਰਚਾ ਹੁੰਦੀ ਹੁੰਦੀ ਸੀ, ਖਬਰਾਂ ਲੱਗਦੀਆਂ ਹੁੰਦੀਆਂ ਸੀ ਗੁੰਡਾ ਟੈਕਸ। ਉਹ ਗੁੰਡਾ ਟੈਕਸ ਰਿਫਾਈਨਰੀ ਦਾ ਵੀ ਸੀ, ਉਹ ਗੁੰਡਾ ਟੈਕਸ ਜਿਹੜਾ ਹੈਗਾ ਤੁਹਾਡਾ ਏਮਸ ਦਾ ਵੀ ਸੀ, ਬਣਦੇ ਜਿੱਥੇ ਵੀ ਰੇਤਾ ਬਜਰੀ ਸਪਲਾਈ ਹੋਣਾ ਯੂਨੀਵਰਸਿਟੀ ਦਾ ਵੀ ਸੀ। ਗੁੰਡਾ ਟੈਕਸ ਜਿਹੜਾ ਹੈਗਾ ਤੁਹਾਡਾ ਹਵਾਈ ਅੱਡੇ ਦਾ ਵੀ ਸੀ। ਇਹ ਮਾਮਲਾ ਜਦੋਂ ਵੱਡੇ ਪੱਧਰ ਤੇ ਹੋਇਆ ਤੇ ਇਹਦੀ ਬਹੁਤ ਚਰਚਾ ਹੋਣ ਲੱਗ ਪਈ। ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਇਹਦੀ ਜਿਹੜੀ ਹੈਗੀ ਹੈ ਰਿਪੋਰਟ ਜਿਹੜੀ ਹੈ ਆਪਣੇ ਇੰਟੈਲੀਜੈਂਸ ਵਾਲਿਆਂ ਤੋਂ ਮੰਗੀ ਤੇ ਇੰਟੈਲੀਜੈਂਸ ਵਾਲਿਆਂ ਨੇ ਆਪਣੀ ਇੱਕ ਵਿਸ਼ੇਸ਼ ਟੀਮ ਭੇਜੀ ਸੀ। ਜਿਹੜੀ ਟੀਮ ਨੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਸਾਰਾ ਕੁਝ ਦਿੱਤਾ ਸੀ ਤੇ ਉਹਦੇ ਵਿੱਚ ਫਿਰ ਇੱਕ ਆਈਜੀ ਦੀ ਟਰਾਂਸਫਰ ਵੀ ਹੋਈ ਸੀ। ਆਈਜੀ ਦੀ ਟਰਾਂਸਫਰ ਹੋਈ ਸੀ। ਰਿਫਾਈਨਰੀ ਵਾਲੇ ਮਾਮਲੇ 'ਚ ਇੱਕ ਪਰਚਾ ਵੀ ਦਰਜ ਹੋਇਆ ਸੀ। ਡਾਂਟ ਡਪਟ ਕਰਤੀ ਸੀ, ਸਮਝਾਤੀ ਸੀ। ਫਿਰ ਕੁਝ ਲੋਕ ਜਿਹੜੇ ਹੈਗੇ ਇਸ ਮਾਮਲੇ 'ਚੋਂ ਪਾਸੇ ਹੋ ਗਏ। ਹੁਣ ਜਿਹੜੀ ਇਸ ਵੇਲੇ ਦੀ ਗੱਲ ਚੱਲਦੀ ਹੈ, ਇਸ ਵੇਲੇ ਜਿਹੜਾ ਇਹ ਸਿਲਸਿਲਾ ਆਪਣਾ, ਇਹ ਅੱਜ ਦੀ ਗੱਲ ਨਹੀਂ, ਹੁਣ ਤਾਂ ਖਬਰਾਂ ਆਪਣੀਆਂ ਅਕਾਲੀ ਦਲ ਵਾਲਿਆਂ ਦੀ ਤੇ ਕਾਂਗਰਸ ਦੀ ਗੱਲ ਕਰਦੇ ਆਪਾਂ। ਇਹ ਤੋਂ ਪਹਿਲਾਂ ਇਹ ਮਾਮਲਾ ਜਿਹੜੇ ਮਾਲਵੇ ਦੇ 2 ਵਜ਼ੀਰਾਂ ਦੇ ਨੱਕ ਦਾ ਸਵਾਲ ਸੀ। ਇਹੀ ਮਾਮਲਾ, ਕਿਉਂਕਿ ਜਿਹੜੀ ਤੁਹਾਡੀ ਸਵਾਹ ਹੈ ਜਿਹਨੂੰ ਆਪਾਂ ਕਹਿੰਦੇ ਬਹੁਤ ਵੱਡਾ ਭੰਡਾਰ ਹੈ, ਬਹੁਤ ਪੈਸਾ ਜੀ ਇਹਦੇ 'ਚ। ਜਿੰਨਾ ਹਾਈਵੇ ਬਣੀ ਜਾਂਦਾ ਸਾਰਾ ਇਹੀ ਪਾਈ ਜਾਂਦੇ, ਸਾਰੇ ਇਹੀ ਪਾਉਂਦੇ। ਇਹ ਤੋਂ ਪਹਿਲਾਂ ਜਿਹੜੀ NFL ਹੈ, NFL ਦੇ ਵਿੱਚ ਕਾਰਬਨ ਸਲਰੀ ਹੁੰਦੀ ਸੀ। ਹਾਂ ਬਿਲਕੁਲ। ਉਹ ਕਾਰਬਨ ਸਲਰੀ ਦੇ ਵਿੱਚ ਅਸੀਂ ਉਹ ਖਬਰਾਂ ਕੀਤੀਆਂ ਸੀ। ਕਾਰਬਨ ਸਲਰੀ ਨੂੰ ਉਸ ਵੇਲੇ ਜਿਹੜਾ ਬੰਦਾ ਆਪਰੇਟ ਕਰਦਾ ਸੀਗਾ ਉਹਦੀ ਢੀਂਡਸਾ ਸਾਹਿਬ ਕੇ ਨਾਲ ਵੀ ਕੋਈ ਉਹਨਾਂ ਦਾ ਵੀ ਅੱਗਾ ਪਿੱਛਾ ਸੀਗਾ, ਕੋਈ ਬੰਦਾ ਨਾਲ ਉਹਨਾਂ ਦਾ ਵੀ ਸੀ। ਤੇ ਨਾਲ ਦੀ ਨਾਲ ਹੀ ਕਿਉਂਕਿ ਉਹ ਵੱਡੇ ਘਰ ਦੇ ਬੜਾ ਨੇੜੇ ਸੀਗਾ ਤਾਂ ਫਿਰ ਜਿਹੜੀਆਂ ਫਿਲਮਾਂ ਬਣਦੀਆਂ ਉਹ ਸਹੀ ਬਣਦੀਆਂ। ਉਦੋਂ ਬਾਦਲ ਪਰਿਵਾਰ ਇਕੱਠਾ ਹੁੰਦਾ ਸੀ। ਔਰ ਉਸ ਬੰਦੇ ਨੇ ਆ ਕੇ ਮਤਲਬ ਜਿਹੜਾ ਹੈਗਾ ਜਦੋਂ ਕਾਰਬਨ ਸਲਰੀ ਵਾਲਾ ਸਾਰਾ ਕੰਟਰੋਲ ਸੰਭਾਲ ਲਿਆ ਤੇ ਇੱਥੇ ਜਿਹੜਾ ਪਰਿਵਾਰ ਸੀ ਜਿਹਦੇ ਕੋਲ ਪਹਿਲਾਂ ਠੇਕਾ ਠੂਕਾ ਸੀ, ਉਹਨਾਂ ਨੇ ਜੀ ਸਾਡੇ ਕੋਲੇ ਅਪਰੋਚ ਕੀਤੀ ਤੇ ਅਸੀਂ ਜਾ ਕੇ ਉਹ ਖਬਰਾਂ ਲਾਤੀਆਂ ਸੀ ਵੱਡੇ ਪੱਧਰ ਉੱਤੇ। ਖਬਰਾਂ ਤੇ ਜੋ ਪੱਖ ਲਿਆ ਸੀ ਰੁਕਵਾਉਣ ਵਾਸਤੇ ਵੀ ਆਏ ਸੀ। ਅੱਜ ਕੱਲ੍ਹ ਉਹ ਜਿਹੜੇ ਬੰਦੇ ਸੀ ਨਾ ਕਾਰਬਨ ਸਲਰੀ ਦਾ ਕੰਮ ਕਰਦੇ, ਉਹਨਾਂ ਦੇ ਵਿੱਚੋਂ ਇੱਕ ਬੰਦਾ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬਹੁਤ ਵੱਡਾ ਸਿਪਾਹ ਸਲਾਰ ਹੈ। ਇਹ ਉਸ ਵੇਲੇ ਤੋਂ ਕੰਮ ਚੱਲਦਾ ਹੈ। ਹੁਣ ਇਹਦੇ ਤੇ ਮਾਮਲਾ ਜਿਹੜਾ ਹੈਗਾ, ਇਹਦੇ ਤੇ ਪਹਿਲਾਂ ਜਿਹੜਾ ਇੱਕ ਹੋਰ ਵਜ਼ੀਰ ਸੀ ਜਿਸ ਵਜ਼ੀਰ ਦਾ ਬਿਜਲੀ ਮਹਿਕਮੇ 'ਚ ਦਬਦਬਾ ਬੜਾ ਤਕੜਾ ਸੀ, ਉਹਦੇ ਬੰਦੇ ਜਿਹੜੇ ਇੱਥੋਂ ਕੰਮ ਕਰਦੇ ਹੁੰਦੇ ਸੀ। ਫਿਰ ਕਹਿੰਦੇ ਜੀ ਹਾਂ, ਉਹ ਤੋਂ ਬਾਅਦ ਨਾਲ ਦੀ ਨਾਲ ਕਹਿੰਦੇ ਜੀ ਫਿਰ ਇਹ ਇਲਜ਼ਾਮ ਲੱਗਣ ਲੱਗੇ ਕਿ ਜੀ ਵਿੱਤ ਮੰਤਰੀ ਦੇ ਬੰਦੇ ਵੀ ਆ ਗਏ। ਉਹ ਕਹਿੰਦੇ ਜੀ ਹਲਕਾ ਸਾਡਾ ਤੇ ਬੰਦਾ ਬਾਹਰਲਾ ਕਾਹਦਾ ਆਵੇ। ਉਹਦੇ ਤੇ ਫਿਰ ਇਹਨਾਂ ਦੀ ਤੂੰ ਮੈਂ ਹੋ ਗਈ, ਤੂੰ ਮੈਂ ਤੇ ਕੁੱਟਾ ਕਟਾਈ ਤੱਕ ਵੀ ਹੋਈ ਤੇ ਪਰਚੇ ਵੀ ਦਰਜ ਹੋ ਗਏ। ਤੇ ਦਾਨੇ ਵਾਲੀਆ ਸਾਹਿਬ ਫਿਰ ਮੈਨੂੰ ਤਾਂ ਉਦੋਂ ਇਹ ਪਤਾ ਲੱਗਿਆ ਕਿ ਪੁਲਿਸ ਪ੍ਰਸ਼ਾਸਨ ਨੂੰ ਵੀ ਬੜੀ ਹੱਥਾਂ ਪੈਰਾਂ ਦੀ ਪੈ ਗਈ ਸੀ। ਮੈਂ ਕਿਹਾ ਜੀ ਪੂਰਾ ਗਾਲਾਂ ਪਈਆਂ। ਹਾਂ ਕਹਿੰਦੇ ਅਫਸਰਾਂ ਨੂੰ ਕਹਿਣ ਵੀ ਤੁਸੀਂ ਇਹਨੂੰ ਫੜ ਕੇ ਅੰਦਰ ਦਿਓ। ਕਹਿੰਦੇ ਇੱਕ ਵਜ਼ੀਰ ਜਿਹੜਾ ਹੈਗਾ, ਇੱਕ ਵਜ਼ੀਰ ਉਹਦਾ ਪੱਖ ਪੂਰਦਾ, ਇੱਕ ਉਹਦਾ ਪੂਰਦਾ। ਅਸੀਂ ਕਿੱਧਰ ਜਾਈਏ? ਅਸੀਂ ਕਰੀਏ ਅਫਸਰਾਂ ਦੀ ਹਾਲਤ ਵੀ ਹੋ ਗਈ ਸੀ। ਚਲੋ ਅਖੀਰ ਕਰ ਕਰਾ ਕੇ ਜਦੋਂ ਹੁੰਦੀ ਹੈ ਵੀ ਜਿਹੜਾ ਤਕੜਾ ਹੁੰਦਾ, ਤਕੜੇ ਦੇ ਮੂਹਰੇ ਜਿਹੜਾ ਇੱਕ ਪਿੰਡ ਦੇ ਵਿੱਚ 2 ਸਾਲ ਨਹੀਂ ਰਹਿੰਦੇ, ਕਿਤੇ ਰਹਿੰਦੇ, ਉਹ ਅੱਗੇ ਲਾ ਲੈਂਦਾ, ਝੂਠ ਪਾ ਦਿੰਦਾ। ਉਹ ਫਿਰ ਜਿਹੜੇ ਦੂਜੇ ਵਜ਼ੀਰ ਦੇ ਬੰਦੇ ਸੀ ਕੁੱਟ ਖਾ ਕੇ ਪਰਚਾ ਪੁਰਚਾ ਕਰਵਾ ਕੇ ਉਹ ਜੂ ਟੱਪ ਗਿਆ ਆਪਦੀ। ਇੱਥੇ ਰਹਿ ਗਈ ਹੁਣ ਇਕੱਲੀ ਕਾਰਵਾਈ। ਮੇਰੇ ਯਾਦ ਆਉਂਦਾ, ਮੈਂ ਅੱਜ ਇੱਕ ਦੇਖ ਰਿਹਾ ਸੀ ਬਲਤੇਜ ਪੰਨੂ ਹੋਰਾਂ ਦਾ ਟਵੀਟ। ਉਹਨਾਂ ਨੇ ਇੱਕ ਟਵੀਟ ਕੀਤਾ, ਉਹ ਕਹਿੰਦੇ ਜੀ ਜਦੋਂ ਨਵੀਂ ਸਰਕਾਰ ਬਣੀ ਹੈ ਨਾ ਤੇ ਉਦੋਂ ਨਵੀਂ ਬਣੀ ਸਰਕਾਰ ਨੇ ਸਰਕਾਰੀ ਜਿਹੜਾ ਰੋਬ ਦਾ ਦਿਖਾਇਆ। ਵਿੱਤ ਮੰਤਰੀ ਸਾਹਿਬ ਕਹਿੰਦੇ ਚੰਡੀਗੜ੍ਹ ਨੂੰ ਜਾਂਦੇ ਸੀ, ਦਰਾਹੇ ਦੀ ਨਹਿਰ ਦੇ ਨਾਲ ਦਰਾਹੇ ਪੁਲ ਦੇ ਥੱਲੇ ਫੜਿਆ ਸੀ। ਉੱਥੇ ਕਹਿੰਦੇ ਜੀ ਉਹ ਕਿਤੇ 500-400 ਰੁਪਇਆ ਜਾਂ 100 ਰੁਪਇਆ ਲੈਂਦਾ ਸੀ ਉਹ ਹੌਲਦਾਰ, ਉਹ ਫੜ ਲਿਆ ਸੀ। ਤੇ ਬਕਾਇਦਾ ਮਤਲਬ ਫਿਰ ਜਿਹੜੇ ਪੱਤਰਕਾਰਾਂ ਨੂੰ ਬੁਲਾਇਆ ਗਿਆ ਸੀ, ਪੱਤਰਕਾਰਾਂ ਨੂੰ ਬੁਲਾ ਕੇ ਤੇ ਦੱਸਿਆ ਗਿਆ ਸੀ ਕਿ ਇਮਾਨਦਾਰੀ ਕੀ ਚੀਜ਼ ਹੁੰਦੀ ਹੈ। ਹੁਣ ਇੱਥੇ ਜੋ ਕੁਝ ਕੱਲ ਹੋਇਆ, ਕੱਲ ਤੁਸੀਂ ਦੇਖੋ ਕਿ ਸਰੂਪ ਚੰਦ ਸਿੰਗਲਾ ਅਰਲੀ ਇਨ ਦੀ ਮਾਰਨਿੰਗ 7-7:30 ਵਜੇ ਜਾਂਦਾ ਹੈ। ਉਹਦੇ ਸਿਰ ਦੇ ਉੱਤੇ ਪਟਕਾ ਜਿਹਾ ਬੰਨਿਆ, ਵੇਖਣ ਨੂੰ ਕੋਈ ਨਹੀਂ ਕਹਿੰਦਾ ਵੀ ਇਹ ਸਾਬਕਾ ਪਾਰਲੀਮਾਨੀ ਸਕੱਤਰ ਹੈ ਜਾਂ ਇਹ ਸਾਬਕਾ ਵਿਧਾਇਕ ਹੈ। ਗੱਡੀ ਉਹਨੇ ਪਿਛਾਂਹ ਖੜੀ ਕਰਤੀ, ਉਹਦੇ ਪਟਕੇ ਤੋਂ ਉਹਦੇ ਜਿਹੜਾ ਝੱਗਾ ਪਾਇਆ ਸੀ, ਮੈਂ ਉਹਨੂੰ ਝੱਗਾ ਹੀ ਵਰਤੂੰਗਾ ਜਿਹੜੀ ਸੀਦਾ ਟੀ-ਸ਼ਰਟ, ਉਹਦੇ ਝੱਗੇ ਤੋਂ ਐਂ ਲੱਗਦਾ ਸੀ ਜਿਵੇਂ ਕੋਈ ਬਿਹਾਰ ਦਾ ਪ੍ਰਵਾਸੀ ਮਜ਼ਦੂਰ ਹੋਵੇ। ਇਸ ਢੰਗ ਦੇ ਨਾਲ ਉਹਦੇ ਵੀਡੀਓ ਵਾਲਾ ਤੁਰਿਆ ਜਾਂਦਾ ਸੀ ਤੇ ਉਹ ਗੱਲ ਉਵੇਂ ਕਰਦਾ ਸੀ, ਆਹ ਦੇਖੋ ਜੀ ਆਹ ਹੋ ਗਿਆ ਜੀ, ਆਹ ਹੋ ਗਿਆ। ਉਹਦੇ ਤਾਂ ਖਰੇ ਇਲਜ਼ਾਮ ਜ਼ਿਆਦਾ ਸੀਗੇ। ਤਾਂ ਇਹ ਗੱਲ ਕਹਿੰਦੇ ਸੀ ਕਿ ਜਿਹੜਾ ਇਹ ਸਵਾਹ ਹੈ, ਇਹ ਸਵਾਹ ਤੋਂ ਬਣਦੀਆਂ ਇੱਟਾਂ ਦੂਜੀਆਂ ਜਿਹੜੀਆਂ ਟੈਲਾਂ ਲੱਗਦੀਆਂ, ਤੇ ਟੈਲਾਂ ਘਟੀਆਂ ਟੈਲਾਂ ਲਾ ਕੇ ਜਿਹੜਾ ਹੈਗਾ ਵਿਕਾਸ ਦੇ ਨਾਂ ਦੇ ਉੱਤੇ ਵਿਨਾਸ਼ ਕੀਤਾ ਜਾ ਰਿਹਾ। ਇਹਨੂੰ ਟੋਕਾ ਸੈਂਡ ਬਣਾਤਾ ਵੀ ਇਹ ਤਾਂ ਇਹਨੂੰ ਟੋਕਾ ਸੈਂਡ ਬਣਾ ਕੇ ਉਹਦੇ ਵਿੱਚ ਪਾਈ ਜਾਂਦੇ। ਉਹ ਤਾਂ ਗੱਲ ਇਹ ਕਹਿ ਰਹੇ ਸੀ
ਲੇਕਿਨ ਟੋਕਾ ਸੈਂਟ ਨਹੀਂ, ਕਮਾਈ ਇਹਦੇ ਵਿੱਚ ਡਾਢੀ ਹੈ। ਕਮਾਈ ਤਾਂ ਬਹੁਤ ਹੈ ਜੀ। ਇਹ ਦੇਖ ਲਓ, ਊਂ ਤਾਂ ਮਾਈਨਿੰਗ ਹੁੰਦੀ ਨਹੀਂ। ਆ ਪੁਲਾਂ ਦੇ ਵਿੱਚ ਤੁਸੀਂ ਸਵੇਰੇ ਦੇਖੋ, ਜਿਹੜੇ ਆ ਬਣ ਰਿਹਾ ਆਪਣਾ ਮਲੋਟ ਵਾਲਾ ਹਾਈਵੇ, ਸਾਰੇ ਪੁਲਾਂ ਦੀ ਭਰਤੀ ਇਹਦੀ ਹੋਈ ਹੈ, ਸੜਕ ਦੀ ਭਰਤੀ ਇਹਦੀ ਹੋਈ ਹੈ। ਹੁਣ ਤੁਸੀਂ ਇਸ ਵੇਲੇ ਦੇਖੋ ਕਿ ਤੁਹਾਨੂੰ ਕਿਤੋਂ ਮਿੱਟੀ ਮਿਲਦੀ ਹੈ? ਨਹੀਂ ਮਿਲਦੀ। ਮਿੱਟੀ ਤਾਂ ਤੁਹਾਨੂੰ ਇੱਟਾਂ ਬਣਾਉਣ ਵਾਸਤੇ ਨਹੀਂ ਮਿਲਦੀ, ਤੇ ਸੜਕਾਂ ਦੇ ਉੱਤੇ ਭਰਤ ਪਾਉਣ ਵਾਸਤੇ ਕਿੱਥੋਂ ਮਿਲਣੀ ਹੈ? ਉਹ ਮਿੱਟੀ ਜਿਹੜੀ ਹੈਗੀ, ਉਹ ਮਿੱਟੀ ਦਾ ਕੰਮ ਇਹ ਕਰਦੀ ਹੈ। ਇਹਦੇ ਨਾਲ ਇੱਕ ਹੋਰ ਦਾਨੇ ਵਾਲੀ ਸਭ, ਮੈਨੂੰ ਤਾਂ ਜੀ DC ਦੀ ਬੜੀ ਆਉਂਦੀ ਹੈ। ਬਠਿੰਡੇ ਦੇ ਡਿਪਟੀ ਕਮਿਸ਼ਨਰ ਨੇ ਜਿਹੜਾ ਆਪਣਾ ਦਿੱਤਾ ਹੈ, ਪੱਖ ਦਿੱਤਾ ਹੈ, ਕਹਿੰਦੇ ਜੀ ਜਿਹੜੀ ਇੱਟਾਂ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਤੇ ਜਿਹੜੇ ਸੀਮੈਂਟ ਵਾਲਿਆਂ ਨੂੰ ਤਾਂ ਮੁਫਤ ਦੇਣੀ ਹੁੰਦੀ ਹੈ। ਦੇਣੀ ਹੁੰਦੀ ਹੈ, ਬਿਲਕੁਲ ਸਹੀ ਗੱਲ ਹੈ। ਇਹਦੀ ਟੈਂਡਰਿੰਗ ਵਗੈਰਾ ਹੁੰਦੀ ਹੈ ਕਿ ਨਹੀਂ ਹੁੰਦੀ? ਕਹਿੰਦੇ ਉਹ ਨਹੀਂ ਹੁੰਦੀ। ਉਹ ਕਿਉਂਕਿ ਇਹਦੇ ਵਿੱਚ ਇਹ ਹੁੰਦਾ, ਢਿੱਲੋਂ ਸਾਹਿਬ, ਤੁਸੀਂ ਲਹਿਰਾ ਮੁਹੱਬਤ ਵੇਖੋਗੇ, ਉੱਥੇ ਵਿੱਚ ਕਾਰਖਾਨਾ ਲੱਗਿਆ ਸੀ ਸਵਾਹ ਦੀਆਂ ਇੱਟਾਂ ਦਾ। ਹਾਂ ਅੰਦਰ ਜਗ੍ਹਾ ਦੇਣੀ ਸੀ, ਜਿਵੇਂ ਇਹਨੂੰ ਦਿੱਤੀ ਹੈ, ਇਵੇਂ ਇੱਥੇ ਦਿੱਤੀ ਸੀ। ਇਵੇਂ ਜੇਕਰ ਕੋਈ ਇੱਟਾਂ ਬਣਾਉਣ ਵਾਲਾ ਆਉਂਦਾ ਤਾਂ ਇਹਨਾਂ ਨੇ ਉਹਨੂੰ ਕਾਰਬਨ ਸ਼ੇਅਰਿੰਗ ਕਹਿੰਦੇ ਆ, ਕਿ ਤੁਸੀਂ ਇਹਨੂੰ ਘੱਟ ਤੋਂ ਘੱਟ ਜਿਹੜਾ ਮਿੱਟੀ ਦੀ ਵਰਤੋਂ ਕਰੋ ਤੇ ਸਵਾਹ ਵੀ ਲੇਖੇ ਲੱਗ ਜੇ। ਸੋ ਇਹ ਫ੍ਰੀ ਚੁਕਾਉਂਦੇ ਸੀ। ਫ੍ਰੀ ਚੁਕਾਉਂਦੇ ਸੀ ਅਦਾਰੇ ਜਦੋਂ ਥਰਮਲ ਪਲਾਂਟ ਸੀ ਉਦੋਂ ਫ੍ਰੀ ਚੁਕਾਉਂਦਾ ਸੀ। ਹੁਣ ਤਾਂ ਬੰਦ ਕਰ ਜਾਂ ਲਹਿਰੇ ਵਾਲਾ ਥਰਮਲ। ਹੁਣ ਜੇ ਥਰਮਲ ਪਲਾਂਟ ਪ੍ਰਾਈਵੇਟ ਕੰਪਨੀਆਂ ਆ ਕੇ ਚੱਕਦੀਆਂ ਉੱਥੋਂ। ਇਹਨੂੰ ਅਸੀਂ ਇਹ ਨਹੀਂ ਕਹਾਂਗੇ ਕਿ ਉਵੇਂ ਦਿੱਤੀ ਜਾਂਦੀ ਹੈ। ਇਹ ਅਸਲ ਦੇ ਵਿੱਚ ਮਾਈਨਿੰਗ ਹੈ। ਇਹ ਮਾਈਨਿੰਗ ਬਣ ਗਈ। ਇਹ ਮਾਈਨਿੰਗ ਹੈ। ਇਹ ਮਾਈਨਿੰਗ ਹੈ। ਅੱਜ ਦੀ ਨਹੀਂ ਚੱਲਦੀ ਗੱਲ। 6 ਮਹੀਨੇ ਪਹਿਲਾਂ ਮੇਰੇ ਕੋਲ ਇਹ ਗੱਲ ਆ ਗਈ ਸੀ ਕਿ ਤੁਸੀਂ ਜਾ ਕੇ ਇਹਨੂੰ ਰਿਪੋਰਟ ਕਰੋ, ਤੁਸੀਂ ਖਬਰਾਂ ਲਿਖੋ। ਚਲੋ ਆਪਣੇ ਕੋਲੇ ਹੁਣ ਨਾ ਤਾਂ ਇੰਨੇ ਸਾਧਨ ਹੈ, ਨਾ ਮਤਲਬ ਹੈ ਵੀ ਸਵੇਰੇ ਜਾ ਕੇ ਸਾਰਾ ਕੁਝ ਕਰਾਉਣ ਵਾਲੀ। ਰਾਤ ਨੂੰ ਸਾਰਾ ਕੰਮ ਕਰ ਦਿੰਦੇ, ਸਾਰਾ ਕੰਮ ਰਾਤ ਨੂੰ ਕਰਦੇ ਆ। ਵੱਡੇ ਵੱਡੇ ਲੋਕ ਆ। ਕੱਲ ਵੀ ਜਿਹੜਾ ਹੁਣ ਸਰੂਪ ਚੰਦ ਸਿੰਘਲਾ ਕਹਿੰਦਾ ਕਿ ਮੇਰੇ ਤੇ ਅਟੈਕ ਕੀਤਾ ਸੀ ਕੋਈ, ਜਿਹੜੀ ਮਸ਼ੀਨ ਦਾ ਜਿਹੜਾ ਉਹਦੇ ਕਨੀ ਆਇਆ ਵੀ ਸੀ। ਜੇ ਸਰੂਪ ਚੰਦ ਸਿੰਘਲੇ ਵਰਗੇ ਬੰਦੇ ਦੇ ਉੱਤੇ ਜਿਹੜਾ ਮਤਲਬ ਹੈ ਵੀ, ਨਹੀਂ ਤਾਂ ਆਪਾਂ ਨੂੰ ਤਾਂ ਉਹਦੇ ਵਾਂਗੂ ਚੇਪ ਦਿੰਦੇ ਆਪਣੇ, ਕੀ ਕਹਿੰਦੇ ਆ, ਆਪਣੇ ਮਲਹੋਤਰੇ ਵਾਂਗੂ, ਜਸਦੀਪ ਸਿੰਘ ਮਲਹੋਤਰਾ। ਹਾਂ, ਜਸਦੀਪ ਮਲਹੋਤਰਾ। ਚਲੋ ਗੱਲ ਹੈ ਚੇਪਾ ਚਪਾਈ ਆਪਦੀ ਥਾਂ ਦੇ ਉੱਤੇ, ਇਹਦੇ ਚੋਂ ਕਮਾਈ ਹੋ ਰਹੀ ਹੈ। ਇਸ ਕਮਾਈ ਦੇ ਮੁੱਦੇ ਦੇ ਉੱਤੇ ਜਦੋਂ ਕੱਲ ਸਰੂਪ ਚੰਦ ਸਿੰਘਲੇ ਨੇ ਸਾਰੀ ਕਾਰਵਾਈ ਕਰਤੀ ਤੇ ਫਿਰ ਇਮੀਡੀਏਟ ਇਹਦੇ ਤੇ ਰਿਐਕਟ ਕੀਤਾ ਮਿਸਟਰ ਟਹਿਲ ਸਿੰਘ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ। ਅੱਛਾ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿਹੜਾ ਜੋ ਇਹਨੇ ਜਿਹੜੀ ਪਾਈ ਸੀਗੀ, ਤੁਹਾਡੀ ਵੀਡੀਓ ਪਾਈ ਸੀ, ਉਹ ਵੀਡੀਓ ਦੇ ਨਾਲ ਉਹਨੇ ਇੱਕ ਟਵੀਟ ਲਿਖਤਾ ਜੀ। ਨਾਲ ਸੋਸ਼ਲ ਮੀਡੀਆ ਵਾਲਾ ਜਿਹੜਾ ਤੁਹਾਡਾ ਫੇਸਬੁੱਕ ਪੇਜ ਆ ਉਹਦੇ ਤੇ ਵੀ ਲਿਖਤਾ। ਉਹਨਾਂ ਨੇ ਲਿਖਤਾ ਕਿ ਮੁੱਖ ਮੰਤਰੀ ਜੀ ਦੀ ਪੜਤਾਲ ਕਰਾਓ ਤੇ ਦੋਸ਼ੀ ਪਾਏ ਜਾਣ ਵਾਲੇ ਬੰਦਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਬਿਲਕੁਲ। ਉਹਨੇ ਜਦੋਂ ਇਹ ਲਿਖਤਾ ਤੇ ਨਾਲ ਦੀ ਨਾਲ ਹੀ ਜਿਹੜੇ ਵਿੱਤ ਮੰਤਰੀ ਸਾਹਿਬ ਦੇ ਰਿਸ਼ਤੇਦਾਰ ਆ ਜੋ ਜੀ, ਉਹਨਾਂ ਨੇ ਬੜੀ ਕਾਹਲੀ ਦਿਖਾਈ। ਅੱਛਾ ਜੀ। ਉਹਨਾਂ ਨੇ ਜਿਹੜਾ ਇੱਕ ਉਹ ਫਰੀਦਕੋਟ ਦੇ ਵਿੱਚ ਬੰਦੇ ਨੇ ਖੁਦਕੁਸ਼ੀ ਕੀਤੀ ਸੀ, ਉਹ ਖੁਦਕੁਸ਼ੀ ਵਾਲਾ ਮਾਮਲਾ ਕਰਕੇ ਉਹੀ ਅਲਫਾਜ਼ ਵੀ ਉਹੀ ਲਿਖਤੇ ਕਿ ਮੁੱਖ ਮੰਤਰੀ ਸਾਹਿਬ ਇਹਦੀ ਪੜਤਾਲ ਕਰਵਾਓ। ਇਹਦਾ ਮਤਲਬ ਇਹ ਹੈ ਕਿ ਜਿਹੜਾ ਜੋ ਨੇ ਕਾਹਲੀ ਕਰਕੇ ਜਿਹੜੀ ਰਿਵੈਂਜ ਵਾਲੀ ਗੱਲ ਦਿਖਾਈ ਹੈ, ਜੇ ਉਹ ਨਜ਼ਰਅੰਦਾਜ਼ ਕਰਦਾ ਉਹਨੂੰ, ਫਿਰ ਤਾਂ ਗੱਲ ਮੇਰੇ ਖਿਆਲ ਨੂੰ ਨਜ਼ਰਅੰਦਾਜ਼ ਕਰ ਦੇਣਾ ਤਾਂ ਗੱਲ ਹੀ ਕੋਈ ਨਹੀਂ ਸੀ ਬਣਨੀ। ਇਮੀਡੀਏਟ ਜਦੋਂ ਉਹ ਕਰਤੀ ਤੇ ਫਿਰ ਕੁਝ ਕਾਂਗਰਸੀ ਲੀਡਰ ਵੀ ਆ ਗਏ। ਕਾਂਗਰਸੀ ਲੀਡਰਾਂ ਨੂੰ ਧੋਬੀ ਬਾਜ਼ਾਰ 'ਚ ਖੜਾ ਕੇ ਦਿਖਾਇਆ, ਦੇਖੋ ਜੀ ਇੱਟਾਂ ਇੱਥੇ ਲੱਗਦੀਆਂ। ਇਹ ਨਾਲ ਉੱਥੇ ਵੀ ਜਿਹੜਾ ਜਿਸ ਢੰਗ ਦੇ ਨਾਲ ਗੱਲ ਕੀਤੀ, ਉਹ ਕਾਂਗਰਸੀ ਬੋਲਦੇ ਜ਼ਰੂਰ ਸੀ, ਲੇਕਿਨ ਸ਼ਹਿਰ ਦੇ ਵਿੱਚ ਅੱਜ ਮੈਂ ਜਾ ਕੇ ਆ, ਗੇੜਾ ਮਾਰ ਕੇ ਆ, ਸ਼ਹਿਰ ਦੇ ਲੋਕਾਂ ਦੀ ਗੱਲ ਹਜਮ ਨਹੀਂ ਹੁੰਦੀ। ਉਹ ਕਹਿੰਦੇ ਵੀ ਉਹ ਠੀਕ ਆ, ਵੀ ਇੱਟਾਂ ਟੈਲਾਂ ਠੀਕ ਲੱਗਦੀਆਂ ਹੋਣਗੀਆਂ, ਲੇਕਿਨ ਕਮਾਈ ਤਾਂ ਹੁੰਦੀ ਹੈ ਨਾ। ਉਹ ਕਮਾਈ ਜਿਹੜੀ ਸਰਕਾਰੀ ਖਜ਼ਾਨੇ 'ਚ ਜਾਣੀ ਸੀ, ਉਹ ਜੇਬਾਂ 'ਚ ਕਿਉਂ ਜਾ ਰਹੀ ਹੈ? ਇਹਦੇ ਤੇ ਹੁਣ ਉਹ ਜਿਹੜੀ ਟਵੀਟ ਲਿਖਿਆ ਤੁਹਾਡਾ ਪੰਨੂ ਨੇ, ਉਸ ਟਵੀਟ ਦੇ ਵਿੱਚ ਵੀ ਉਹਨੇ ਇਹੀ ਗੱਲ ਕਹੀ ਹੈ ਕਿ ਇਮਾਨਦਾਰੀ ਦੀ ਮਿਸਾਲ ਪੈਦਾ ਕਰਨ ਵਾਲੇ ਜਿਹੜੇ ਵਿੱਤ ਮੰਤਰੀ ਸਾਹਿਬ ਉਹਨਾਂ ਦਾ ਖਾਲੀ ਖਜ਼ਾਨਾ ਮੰਤਰੀ ਲਿਖਿਆ ਕਿ ਖਾਲੀ ਖਜ਼ਾਨਾ ਮੰਤਰੀ ਸਾਹਿਬ ਕੱਲ੍ਹ ਦਾ ਜਦੋਂ ਦਾ ਇਹ ਮਾਮਲਾ ਹੈ, ਉਦੋਂ ਦੇ ਨਾ ਤਾਂ ਉਹ ਬੋਲੇ ਤੇ ਨਾ ਸਰਕਾਰ ਸਖਤੇ ਜਦੋਂ ਨੇ, ਸਰਕਾਰ ਵੀ ਨਹੀਂ ਬੋਲ ਰਹੀ। ਇਹ ਮਾਮਲਾ ਜਿਹੜਾ ਹੈਗਾ ਹਾਈ ਕਮਾਂਡ ਦੇ ਵੀ ਧਿਆਨ ਦੇ ਵਿੱਚ ਆਇਆ ਹੈ। ਹਾਈ ਕਮਾਂਡ ਨੇ ਸਾਰੀ ਗੱਲ ਕੀਤੀ, ਇਸ ਕਰਕੇ ਬੜੀ ਟੇਢੀ ਖੀਰ ਹੈ। ਔਰ ਜਦੋਂ ਇਹ ਗੱਲ ਇਹਨਾਂ ਨੇ ਕਹਿ ਦਿੱਤੀ, ਇਮੀਡੀਏਟ ਨਾਲ ਦੀ ਨਾਲ ਹੀ ਟਵੀਟ ਫਿਰ ਆਪਣੇ ਰਵਨੀਤ ਬਿੱਟੂ ਨੇ ਵੀ ਕਰਤਾ। ਅੱਛਾ ਜੀ। ਉਹਨੇ ਵੀ ਕਹਿਤਾ ਜੀ ਇਹਦੀ ਪੜਤਾਲ ਹੋਣੀ ਚਾਹੀਦੀ ਹੈ। ਹੁਣ ਇਹਨੂੰ ਜੇ ਅਸੀਂ ਅਗਲੀ ਗੱਲ ਦੇਖੀਏ, ਅਗਲੀ ਗੱਲ ਇਹ ਹੈ ਕਿ ਰਾਜੇ ਵੜਿੰਗ ਦੇ ਨਾਲ ਜੋ ਪਾਰਲੀਮੈਂਟ ਦੀਆਂ ਚੋਣਾਂ ਵੇਲੇ ਇੱਥੇ ਜੋ ਕੁਛ ਹੋਇਆ, ਉਹ ਚੰਗੀ ਤਰ੍ਹਾਂ ਜਾਣਦਾ। ਰਾਜੇ ਵੜਿੰਗ ਦੇ ਜਿਹੜੇ ਇੱਥੇ ਬੰਦੇ ਆ ਇਕੱਲੇ ਉਹਨਾਂ ਦੇ ਰਗੜੇ ਕੱਢੇ ਗਏ, ਜਿਹੜੇ MC ਵਗੈਰਾ ਉਹਨਾਂ ਦੇ ਨਾਲ ਸੀ ਥੋੜ੍ਹੇ ਬਹੁਤੇ, ਉਹ ਵੀ ਇਹ ਤਾਂ ਪਿੱਛੇ ਜੇ ਜਦੋਂ ਚਰਨਜੀਤ ਲਾਲ ਗਰਗ ਦੀ ਧਰਮ ਪਤਨੀ ਦਾ ਭੋਗ ਸੀ, ਮੈਂ ਵੀ ਗਿਆ ਸੀ ਮੱਥਾ ਟੇਕਣ ਵਾਸਤੇ। ਉੱਥੇ ਰਾਜਾ ਵੜਿੰਗ ਮਤਲਬ ਆਮ ਸ਼ਰੇਆਮ ਕਹਿ ਰਿਹਾ ਸੀ, ਇੱਕ MC ਦਾ ਨਾਂ ਲੈ ਕੇ ਕਹਿੰਦਾ ਯਾਰ ਮੇਰਾ MC ਡਰਾਈ ਵਾਲਾ ਦਿੱਤਾ। ਅੱਗੇ ਉਹ ਮੇਰੀਆਂ ਪੋਸਟਾਂ ਪਾ ਦਿੰਦਾ ਸੀ, ਲਿਖਦਾ, ਹੁਣ ਤਾਂ ਵਿਚਾਰਾ ਕਹਿੰਦਾ ਉਹ ਬੋਲਦਾ ਨੀਗਾ। ਮਤਲਬ ਇਸ ਕਿਸਮ ਦਾ ਟੈਰਰ ਕ੍ਰੀਏਟ ਕੀਤਾ ਹੋਇਆ ਜੀ। ਔਰ ਟੈਰਰ ਕ੍ਰੀਏਟ ਕਰਕੇ ਜਿਹੜਾ ਇੱਕ ਦੂਜੇ ਨੂੰ, ਮੈਨੂੰ ਲੱਗਦੀ ਇੱਕ ਇਹ ਹੈ ਕਿ ਜੇ ਅੱਜ ਤੋਂ ਆਪਾਂ ਦੇਖੀਏ 6 ਮਹੀਨੇ ਪਹਿਲਾਂ ਇਹ ਲੱਗਦਾ ਸੀ ਕਿ ਕਾਂਗਰਸ ਪਾਰਟੀ ਦੀ ਸਰਕਾਰ ਦੁਬਾਰਾ ਬਣੂਗੀ, ਕਾਂਗਰਸ ਰਿਪੀਟ ਕਰੂਗੀ, ਲੇਕਿਨ ਅੱਜ ਹਰ ਰੋਜ਼ ਨਵੀਂ ਡਿਵੈਲਪਮੈਂਟ ਹੋ ਰਹੀ ਹੈ। ਮੈਂ ਵੀ ਕਹਿ ਰਿਹਾ ਸੀਗਾ ਕਿ ਕਾਂਗਰਸ, ਮੈਨੂੰ ਆਪਾਂ ਵੀ ਇੱਥੇ ਗੱਲ ਕੀਤੀ ਸੀ ਵੀ ਘਰੇ 4 ਟੁੱਟੀਆਂ ਜੁੱਤੀਆਂ ਤਾਂ ਕਿਹੜੀ ਪਾਉਣੀ ਹੈ। ਹਾਂ,
ਵੀ ਉਹਨਾਂ 'ਚ ਚੁਆਇਸ ਹੈ। ਹਾਂ ਹੁਣ ਜਿਹੜੀ ਹੁਣ ਉਹ ਸਥਿਤੀ ਹੈਗੀ ਕਿ ਕਾਂਗਰਸ ਪਾਰਟੀ ਦਾ ਨੁਕਸਾਨ ਜੇ ਆਪਾਂ ਕਹਦੇ ਅਕਾਲੀ ਦਲ ਕਰ ਰਿਹਾ, ਬਿਲਕੁਲ ਨਹੀਂ। ਜੇ ਕਾਂਗਰਸ ਪਾਰਟੀ ਦਾ ਨੁਕਸਾਨ ਕਹਦੀ ਆਮ ਆਦਮੀ ਪਾਰਟੀ ਕਰ ਰਹੀ ਹੈ, ਬਿਲਕੁਲ ਨਹੀਂ। ਇਹ ਆਪ ਹੀ ਕਰਾਈਆਂ, ਆਪਦੇ ਭਰ ਨਾਲ ਆਪ ਹੀ ਕਰ। ਨਵਜੋਤ ਸਿੱਧੂ ਤੋਂ ਲੈ ਕੇ ਆਹ ਕੁਛ ਜੋ ਕੁਛ ਹੋਇਆ ਬਈ, ਇੱਥੇ ਆਪਾਂ ਇਹ ਕਹਿ ਸਕਦੇ ਹਾਂ ਕਿ ਐਨ ਬਣੇ ਬਣਾਇਆ ਜਿਹੜਾ ਕੜਾਹ ਪ੍ਰਸ਼ਾਦ ਹੈ ਨਾ, ਉਹਦੇ ਉੱਤੇ ਲਿਆ ਕੇ ਸੁਆਹ ਪਾਤੀ ਕਿ ਨਹੀਂ ਜੀ ਅਸੀਂ ਖਾਣ ਦੇ ਲਾਇਕ ਨਹੀਂ ਰਹਿਣ ਦੇਣਾ। ਬਹੁਤ ਮਤਲਬ ਜਿਹੜਾ ਹੈਗਾ ਸ਼ਰਮਨਾਕ ਮਾਮਲਾ ਇਹ। ਬਠਿੰਡਾ ਪੋਲੀਟੀਕਲ ਰਾਜਧਾਨੀ ਹੈ। ਕੈਪਟਨ ਅਮਰਿੰਦਰ ਸਿੰਘ ਦਾ ਵੀ ਪਿੰਡ ਇਹਦੇ 'ਚ ਪੈਂਦਾ, ਉਹਨਾਂ ਦੇ ਵੱਡੇ ਵਡੇਰਿਆਂ ਦਾ। ਬਾਦਲ ਪਿੰਡ ਵੀ ਉਹਦੇ ਵਿੱਚ ਪੈਂਦਾ ਹੈ। ਜਿਹੜੇ ਬਠਿੰਡੇ ਨੂੰ ਕਿਸੇ ਜ਼ਮਾਨੇ ਦੇ ਵਿੱਚ ਲੋਕ ਅੱਜ ਵੀ ਯਾਦ ਕਰਦੇ ਆ ਸੁਰਿੰਦਰ ਸਿੰਗਲੇ ਨੂੰ, ਜੀ ਕਿ ਬਠਿੰਡੇ ਨੂੰ ਡਿਵੈਲਪਮੈਂਟ ਦੇ ਰਾਹ ਤੇ ਪਾਉਣ ਵਾਲਾ ਉਹ ਬੰਦਾ ਹੈ। ਅੱਜ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਵੇ, ਉਹਨਾਂ ਦੇ ਪਿੰਡ ਦਾ ਕੀ ਹਾਲ ਹੈ? ਬਿਲਕੁਲ ਉਹੀ ਬਲਕਾਰ ਸਿੱਧੂ ਜਿਹੜਾ ਕੱਲ ਤੱਕ ਕਾਂਗਰਸ ਪਾਰਟੀ CSS ਬੋਰਡ ਦਾ ਅੱਜ ਵੀ ਮੈਂਬਰ ਹੈ, ਉਹ ਵੀ ਉੱਥੇ ਖੜ ਕੇ ਜਾ ਕੇ ਕਹਿ ਰਿਹਾ ਜੀ ਆ ਦੇਖੋ CM ਦੇ ਪਿੰਡ ਦਾ ਕੀ ਹਾਲ ਹੈ। ਤੇ ਜੇ ਅਸੀਂ ਬਠਿੰਡੇ ਦੀ ਸਥਿਤੀ ਦੇਖੀਏ ਤੇ ਬਠਿੰਡੇ ਦੇ ਵਿੱਚ ਜੇ ਆਹ ਕੁਛ ਹੋ ਰਿਹਾ ਹੈ, ਇਲਜ਼ਾਮ ਵਿੱਤ ਮੰਤਰੀ ਤੇ ਲੱਗਣ, ਵਿੱਤ ਮੰਤਰੀ ਦੇ ਰਿਸ਼ਤੇਦਾਰ ਤੇ ਲੱਗਣ, ਔਰ ਇਹ ਇਲਜ਼ਾਮ ਅਕਾਲੀ ਲਾਉਣ ਤੇ ਉਹਨਾਂ ਇਲਜ਼ਾਮਾਂ ਨੂੰ ਅੱਗੇ ਹਵਾ ਕਾਂਗਰਸੀ ਦੇਣ, ਇਹਦੇ ਮਤਲਬ ਹੈ ਤੁਹਾਡੇ ਆਪਦੇ ਘਰ 'ਚ ਗੜਬੜ ਹੈ। ਤੁਸੀਂ ਆਪਣੇ ਘਰ ਨੂੰ ਸੰਭਾਲਦੇ ਕਿਉਂ ਨਹੀਂ ਗਏ? ਤੇ ਜੇ ਅਸੀਂ ਇਹ ਗੱਲ ਕਹਿੰਦੇ ਕਿ ਅਸੀਂ ਠੀਕ ਤਰੀਕੇ ਦੇ ਨਾਲ ਆਪਦਾ ਕੰਮ ਕਰਨਾ ਕਰਾਉਣਾ, ਤਾਂ ਫਿਰ ਜਿਹੜੇ ਆਹ ਇਲਜ਼ਾਮ ਲੱਗਦੇ, ਇਹਨਾਂ ਇਲਜ਼ਾਮਾਂ ਤੋਂ ਬਚਣਾ ਪੈਣਾ ਹੈ। ਖਾਸ ਕਰਕੇ ਜਦੋਂ ਤੁਹਾਡੇ ਇਲੈਕਸ਼ਨ ਦੇ ਕੋਲੇ ਤੁਹਾਡੇ ਕੋਲ 4-6 ਮਹੀਨੇ ਰਹਿ ਗਏ। 4-6 ਮਹੀਨੇ ਤਾਂ ਜਿਹੜਾ ਖਾ ਪੀ ਲਿਆ ਠੀਕ ਹੈ, ਬਾਕੀ ਦਾ ਮੂੰਹ ਪੂਜ ਲਓ। ਜੇ ਹੁਣ ਵੀ ਤੁਸੀਂ ਇਹ ਨਹੀਂ ਕਰਨ ਵੜਦੇ ਤਾਂ ਮਤਲਬ ਹੈ ਕਿ ਤੁਹਾਡਾ ਸਰਕਾਰ ਬਣਾਉਣ ਦਾ ਇਰਾਦਾ ਕੋਈ ਨਹੀਂ। ਕਈ ਵਾਰੀ ਇਹ ਭੁਲੇਖਾ ਹੁੰਦਾ ਕਿ ਪੈਸਾ ਖਰਚ ਕਰਕੇ ਅਸੀਂ ਇਲੈਕਸ਼ਨਾਂ ਜਿੱਤ ਲਾਂਗੇ, ਲੇਕਿਨ ਮੈਨੂੰ ਉਹੀ ਗੱਲ ਯਾਦ ਆ ਗਈ ਆਪਣੇ ਤੁਹਾਡੀ 2007 ਵਾਲੀ, ਜਦੋਂ ਕਾਂਗਰਸੀਆਂ ਨੇ ਹੀ ਕੀ ਕਹਿੰਦੇ ਆਪਦੇ ਬੰਦੇ ਹਰਾਉਣੇ ਸ਼ੁਰੂ ਕਰਤੇ, ਬੀਬੀ ਪੱਠਲ ਨੇ ਤੇ ਹੋਰ ਸਾਰਿਆਂ ਨੇ। ਹਾਂਜੀ ਬਿਲਕੁਲ। 7 'ਚ ਵੀ 12 'ਚ ਵੀ ਇਹ ਕਹਿੰਦੇ ਸੀ ਜ਼ਿਆਦਾ ਬਣ ਗਏ ਤਾਂ ਕੰਮ ਖਰਾਬ ਹੋ ਜਾਊਗਾ, ਬਗਾਵਤ ਹੋ ਜਾਊਗੀ। 12 ਹਾਂ 7 ਵੇਲੇ ਵੀ ਇਹੀ ਕੁਛ ਹੋਇਆ। 7 ਵੇਲੇ 'ਚ ਵੀ ਇਹੀ ਕੁਛ ਹੋਇਆ। ਮਤਲਬ ਵੀ ਕਾਂਗਰਸ ਪਾਰਟੀ ਦਾ ਬੇੜਾ ਗਰਕ ਕਰਨ ਦੇ ਵਿੱਚ ਹੋਇਆ। ਔਰ ਇਹਦੇ 'ਚ ਮੈਂ ਦਾਨੇ ਵਾਲੇ ਸਮੇਂ ਕੋ ਮੈਂ ਕਾਂਗਰਸੀ ਲੀਡਰਾਂ ਨਾਲ ਗੱਲਾਂ ਕੀਤੀਆਂ ਕਈਆਂ, ਉਹ ਇਹ ਵੀ ਮਹਿਸੂਸ ਕਰਦੇ ਕਿ ਕਾਂਗਰਸ ਹਾਈ ਕਮਾਂਡ ਵੀ ਇਹਦੇ ਲਈ ਦੋਸ਼ੀ ਹੈ। ਬਿਲਕੁਲ ਜੀ, ਐਵੇਂ ਜੇ ਹੁਣ ਕਾਂਗਰਸ ਹਾਈ ਕਮਾਂਡ ਜਿਹੜੀ ਹੈ ਹੁਣ ਸੁੱਤੀ ਪਈ ਉੱਠੀ ਹੈ। ਕਾਂਗਰਸ ਹਾਈ ਕਮਾਂਡ ਨੇ ਪਹਿਲਾਂ ਕਿਉਂ ਨਹੀਂ ਦੇਖਿਆ? ਹੁਣ ਵੀ ਜਿਹੜੀ ਕਾਂਗਰਸ ਹਾਈ ਕਮਾਂਡ ਦੇ ਵਿੱਚ ਆ ਰਹੇ ਆ, ਇੱਕ ਜਿਹੜਾ ਹੈਗਾ ਦੇਖੋ ਤੁਸੀਂ, ਰਵਨੀਤ ਬਿੱਟੂ ਤੀਜੀ ਵਾਰੀ MP ਬਣ ਗਿਆ। ਰਾਜਾ ਵੜਿੰਗ ਨੈਸ਼ਨਲ ਪ੍ਰੈਜ਼ੀਡੈਂਟ ਰਿਹਾ ਯੂਥ ਕਾਂਗਰਸ ਦਾ। ਜੇ ਉਹ ਬੰਦਾ ਗੱਲ ਕਰੇ ਕਿ ਰਾਹੁਲ ਗਾਂਧੀ ਦੇ ਧਿਆਨ 'ਚ ਨਹੀਂ ਆ ਰਹੀ, ਉਹਨਾਂ ਨੇ ਹੁਣ ਤੱਕ ਇਹਦਾ ਨੋਟਿਸ ਕਿਉਂ ਨਹੀਂ ਲਿਆ? ਕਿਉਂ ਨਹੀਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਵੀ ਤੁਸੀਂ ਲਓ ਜੀ ਇਹਦਾ ਨੋਟਿਸ? ਤੇ ਅਮਰਿੰਦਰ ਸਿੰਘ ਨੇ ਇਹਦਾ ਨੋਟਿਸ ਕਿਉਂ ਨਹੀਂ ਲਿਆ ਵੀ ਕੌਣ ਗੁਨਾਹਗਾਰ ਹੈ? ਜੀ ਔਰ ਇਹ ਗੱਲ ਤਾਂ ਜਿਹੜੀ ਇਹਦਾ ਨਿਖੇੜਾ ਤਾਂ ਹੋਣਾ ਚਾਹੀਦਾ ਸੀ। ਬਿਲਕੁਲ ਜੀ, ਇਹ ਗੱਲ ਹੈ। ਤੇ ਚਲੋ ਸਾਹਿਬ, ਮੈਂ ਹੁਣੇ ਪੜ੍ਹ ਰਿਹਾ ਸੀ ਸਰਦਾਰ ਸਿਕੰਦਰ ਸਿੰਘ ਮਲੂਕਾ ਹੋਰਾਂ ਦਾ ਇੱਕ ਬਿਆਨ। ਉਹ ਕਹਿੰਦੇ ਵੀ ਸ਼ੇਖੜੀ ਨੇ ਜਿਹੜਾ ਵਾਅਦਾ ਕੀਤਾ ਸੀ, ਕਹਿੰਦੇ ਉਹ ਤੋਂ ਮੁੱਕਰ ਗਿਆ ਜੀ। ਵਾਅਦਾ ਤਾਂ ਇਹ ਸੀਗਾ ਮੈਂ ਅਕਾਲੀ ਦਲ 'ਚ ਜਾਊਂਗਾ, ਕਹਿੰਦੇ ਪੈਰ ਤਾਂ ਉਧਰ ਨੂੰ ਪੱਟ ਲਿਆ ਸੀ, ਗੱਲ ਆ ਗਈ। ਇਹ ਮੋੜਿਆ ਕੀ ਨਹੀਂ ਉਹਦਾ ਪੈਰ? ਤੇ ਦੇਖੋ ਗੱਲ ਇਹ ਕਿ ਅਸ਼ਵਨੀ ਸ਼ੇਖੜੀ ਕਾਫੀ ਸਮੇਂ ਤੋਂ ਮਤਲਬ ਆਪਣੇ ਪਰ ਤੋਲ ਰਿਹਾ ਸੀ ਕਿ ਇਸ ਘਰ 'ਚ ਤਾਂ ਆਪਣੀ ਗੱਲ ਨਹੀਂ ਬਣਨੀ। ਜੇ ਅਸ਼ਵਨੀ ਸ਼ੇਖੜੀ ਨੂੰ ਆਪਾਂ ਦੇਖੀਏ ਤਾਂ ਅਸ਼ਵਨੀ ਸ਼ੇਖੜੀ ਮਾਝੇ ਦੇ ਵਿੱਚ ਨਹੀਂ, ਮੈਂ ਕਹੂੰਗਾ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਵੱਡਾ ਲੀਡਰ ਹੈ। ਬਿਲਕੁਲ। ਮੇਲ ਮਿਲਾਪ ਨੂੰ ਵੀ ਆਪਾਂ ਨੂੰ ਮਿਲਿਆ ਵੀ ਸੀ ਉਦੋਂ ਪਠਾਨਕੋਟ। ਹਾਂਜੀ ਜੇ ਆਪਾਂ ਇਹਦੀ ਦੇਖੀਏ, ਬੰਦਾ ਪੰਜਾਬ ਯੂਨੀਵਰਸਿਟੀ 'ਚ ਪੜ੍ਹਿਆ ਹੋਇਆ। ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਇਹਨੇ ਨੇਤਾਗਿਰੀ ਕੀਤੀ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦਾ ਅਹੁਦੇਦਾਰ ਵੀ ਰਿਹਾ। ਮੇਰਾ ਖਿਆਲ 3 ਵਾਰੀ MLA ਰਿਹਾ। ਔਰ ਬਟਾਲੇ ਦੇ ਵਿੱਚ ਇਸ ਬੰਦੇ ਦਾ ਅਸਰ ਸੂਖ ਜਿਹੜਾ ਹੈਗਾ ਕਾਫੀ ਜ਼ਿਆਦਾ ਹੈ ਜੀ। ਲੇਕਿਨ ਪਿਛਲੇ ਸਮੇਂ ਪਿਛਲੀ ਇਲੈਕਸ਼ਨ ਦੇ ਵਿੱਚ ਇਹ ਬੰਦਾ ਹਾਰ ਗਿਆ ਸੀ। ਕਿਹਾ ਜਾਂਦਾ ਕਿ ਆਪ ਨਹੀਂ ਹਾਰਿਆ, ਨੂੰ ਹਰਵਾਇਆ ਗਿਆ ਸੀ। ਜੀ ਹੁਣ ਵੀ ਇਲਜ਼ਾਮ ਇਹ ਲੱਗਦੇ ਆ ਕਿ ਇਹਨੇ ਪਹਿਲਾਂ ਪਿਛਲੇ ਦਿਨਾਂ ਦੇ ਵਿੱਚ ਇਹ ਕਿਹਾ ਸੀ ਕਿ ਮੈਂ ਮੁੱਖ ਮੰਤਰੀ ਨੂੰ ਮਿਲਣ ਦਾ ਯਤਨ ਕੀਤਾ ਹੈ। ਉਹਨਾਂ ਦੇ ਆਪਣੇ ਪਰਸਨਲ ਫੋਨ ਤੇ ਵੀ ਮੈਂ ਮੈਸੇਜ ਪਾਏ ਹੈ, ਉਹਨਾਂ ਦੇ ਅਹਿਲਕਾਰ ਉਹਨਾਂ ਨੂੰ ਵੀ ਮੈਸੇਜ ਪਾਏ, ਤੇ ਮੇਰੀ ਕੁਝ ਸੁਣਦਾ ਨਹੀਂ। ਤੇ ਦਾਨੇਵਾਲ ਸਾਹਿਬ, ਇੱਕ ਅੱਜ ਮੈਨੂੰ ਗੱਲ ਕਰਨੀ ਪੈਣੀ ਹੈ ਜੀ। 2017 ਦੀਆਂ ਚੋਣਾਂ ਤੋਂ ਪਹਿਲਾਂ ਇੱਕ ਲਫ਼ਜ਼ ਮਸ਼ਹੂਰ ਸੀ ਸਿਆਸੀ ਹਲਕਿਆਂ 'ਚ, ਖਾਸ ਕਰਕੇ ਕਾਂਗਰਸ ਪਾਰਟੀ 'ਚ। ਉਹ ਲਫ਼ਜ਼ ਸੀ ਮਾਝਾ ਐਕਸਪ੍ਰੈਸ। ਹਾਂਜੀ। ਉਹ ਭਾਵੇਂ ਜੇ ਪੁੱਛਦੇ ਹੁੰਦੇ ਵੀ ਕੈਪਟਨ ਅਮਰਿੰਦਰ ਸਿੰਘ ਹੁਣੀ ਕਿੱਥੇ ਹੈ, ਕਹਿੰਦੇ ਜੀ ਮਾਝਾ ਐਕਸਪ੍ਰੈਸ ਤੇ ਚੜ ਗਈ ਜੀ। ਮਾਝਾ ਐਕਸਪ੍ਰੈਸ ਉਹਨਾਂ ਨੂੰ 4-5 ਜਾਣੇ ਜਿਹੜੇ ਉਹ 4-5 ਜਾਣਿਆਂ ਦੇ ਵਿੱਚ ਜਿਹੜਾ ਉਹਨਾਂ ਦਾ ਸਰਕੋਪ ਆ ਮਾਝਾ ਐਕਸਪ੍ਰੈਸ ਦਾ, ਉਹਦਾ ਨਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ। ਅੱਜ ਕੱਲ੍ਹ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜਾ ਹੈਗਾ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਹੈ, ਕੈਪਟਨ ਸਾਹਿਬ ਦੇ ਖਿਲਾਫ ਭੁਗਤ ਕੇ ਵੀ ਹੈ। ਅਸਲ ਦੇ ਵਿੱਚ ਹੈ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਜਿਹੜੀ ਬਾਜ ਅੱਖ ਹੈ ਜੀ, ਉਹ ਹਲਕਾ ਬਟਾਲਾ ਤੇ ਸੀ। ਹਲਕਾ ਬਟਾਲਾ ਦੇ ਉੱਤੇ ਮਤਲਬ ਹੈ ਕਹਿੰਦੇ ਆ ਕਿ ਉਹ ਕਿਹੜਾ ਕੰਮ ਹੈ ਜਿਸ ਕੰਮ ਦੇ ਉੱਤੇ ਮਤਲਬ ਹੈ ਵੀ ਅੜਿੱਕਾ ਨਹੀਂ ਪਾਇਆ, ਜਿਹਦੇ ਨਾਲ ਮਿਸਟਰ ਅਸ਼ਵਨੀ ਸ਼ੇਖੜੀ ਨੂੰ ਨੀਮਾ ਝਾਕਣਾ ਪਿਆ। ਜੀ ਉਹਨੂੰ ਹਰ ਜਿਵੇਂ ਕਹਿੰਦੇ ਹਰ ਮੋੜ ਦੇ ਉੱਤੇ ਉਹਦੀ ਮੁਖਾਲਫਤ ਕੀਤੀ ਗਈ।
ਉੱਥੇ ਅਫਸਰਾਂ ਨੂੰ ਵੀ ਕਹਤਾ ਇਹਦੀ ਗੱਲ ਨਹੀਂ ਸੁਣਨੀ, ਸਾਰਾ ਕੁਝ ਕਰਾ ਕੇ ਚਲੋ ਮੈਂ ਕਹਿੰਦਾ ਬੰਦਾ ਇੰਨਾ ਚਿਰ ਕੱਟ ਗਿਆ ਤਾਂ ਬਹੁਤ ਹੈ ਜੀ। ਪਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਦੋਂ ਇਹ ਸਾਰੀ ਮਾਝਾ ਐਕਸਪ੍ਰੈਸ ਵਾਲੇ ਖਿਲਾਫ ਹੋ ਗਏ ਤੇ ਉਦੋਂ ਵੀ ਪੰਜਾਬ ਭਵਨ ਦੇ ਵਿੱਚ ਉਹਨੇ ਪ੍ਰੈਸ ਕਾਨਫਰੰਸ ਕੀਤੀ ਸੀ, ਮੀਡੀਆ ਨਾਲ ਗੱਲਾਂ ਕੀਤੀਆਂ ਸੀ ਤੇ ਉਹਨੇ ਕਿਹਾ ਸੀਗਾ ਵੀ ਮੈਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ। ਜੀ ਜੀ। ਲੇਕਿਨ ਡਰ ਉਹਨੂੰ ਇਹ ਲੱਗਦਾ ਸੀ ਕਿ ਮੇਰੀ ਸੀਟ ਮੈਨੂੰ ਮਿਲਣੀ ਨਹੀਂ ਤੇ ਮੇਰੀ ਸੀਟ ਇਹ ਕੱਟੀ ਜਾਣੀ ਹੈ। ਸੋ ਜਿਵੇਂ ਕਿ ਗੱਲਾਂ ਚੱਲਦੀਆਂ, ਮਲੂਕਾ ਸਾਹਿਬ ਨੇ ਵੀ ਕਹਿਤਾ, ਉਹਨੇ ਅਕਾਲੀ ਦਲ ਦੇ ਨਾਲ ਗਿਟਮਿਟ ਕਰ ਲਈ ਜੀ ਜੀ ਕਿ ਭਾਈ ਆਪਾਂ ਤੁਹਾਡੇ ਚ ਆਏ ਨੇ। ਅਕਾਲੀ ਦਲ ਨੂੰ ਅੱਜ ਕੱਲ੍ਹ ਬੰਦਿਆਂ ਦੀ ਲੋੜ ਹੈ, ਖਾਸ ਕਰਕੇ ਹਿੰਦੂ ਚਿਹਰਿਆਂ ਦੀ ਲੋੜ ਹੈ। ਭਾਰਤੀ ਜਨਤਾ ਪਾਰਟੀ ਰਹੀ ਨਹੀਂ ਬਿਲਕੁਲ। ਗੁਰਦਾਸਪੁਰ ਦੇ ਵਿੱਚ ਆਪਾਂ ਦੇਖੀਏ, ਹੁਸ਼ਿਆਰਪੁਰ ਆਪਣਾ ਪਠਾਨਕੋਟ ਗੁਰਦਾਸਪੁਰ ਦੇ ਵਿੱਚ ਹਾਲਤ ਮਾੜੀ ਹੈ ਬਿਲਕੁਲ। ਉੱਥੇ ਮਤਲਬ ਇਹਨਾਂ ਨੂੰ ਬੀਜੇਪੀ ਦਾ ਅਸਰ ਸੂਖਾ, ਉੱਥੇ ਇਹਨਾਂ ਨੂੰ ਕੱਦਾਬਰ ਹਿੰਦੂ ਲੀਡਰ ਚਾਹੀਦੇ ਸੀ। ਬਿੱਲੀ ਭਾਗੀ ਸਿੱਕਾ ਟੁੱਟਾਉਗੀ ਭਾਲਦੇ ਸੀ। ਉਹਨਾਂ ਨੇ ਕਿਹਾ ਵੀ ਜੇ ਆਉਂਦੇ ਤਾਂ ਠੀਕ ਹੈ। ਉਹਦੇ ਵਾਸਤੇ ਅਸਲ ਦੇ ਵਿੱਚ ਨਾ ਕਈ ਵਾਰੀ ਆਪਣਾ ਜਿਹੜਾ ਮਹਿਕਮਾ ਉਹ ਬੜਾ ਖਰਾਬ ਕਰਦਾ। ਬਿਲਕੁਲ। ਮੀਡੀਆ ਦੇ ਵਿੱਚ ਪਿਛਲੇ 3 ਦਿਨਾਂ ਤੋਂ ਖਬਰਾਂ ਆ ਗਈਆਂ ਕਿ ਅਸ਼ਵਨੀ ਸੇਖੜੀ ਗਿਆ ਕਿ ਗਿਆ। ਅਸ਼ਵਨੀ ਸੇਖੜੀ ਨੂੰ ਰੋਕਣ ਵਾਸਤੇ ਕੈਪਟਨ ਸਾਹਿਬ ਨੇ ਪਹਿਲਾਂ ਤਾਂ ਭੇਜਿਆ ਆਪਣਾ ਰਾਜਕੁਮਾਰ ਬੇਰਕਾ ਨੂੰ ਵੀ ਡਾਕਟਰ ਸਾਹਿਬ ਤੁਸੀਂ ਜਾਓ। ਤੇ ਜਦੋਂ ਡਾਕਟਰ ਸਾਹਿਬ ਕੱਲ ਉੱਥੇ ਗਏ ਤੇ ਮੀਡੀਆ ਵਾਲੇ ਪਹਿਲਾਂ ਹੀ ਖੜੇ ਸੀ ਤੇ ਲਈ ਆਪਣੇ ਕੈਮਰਿਆਂ ਦੀ ਸਿਸਤ ਲਾਈ ਖੜੇ ਸੀ। ਉਹ ਕਹਿੰਦੇ ਕਿਵੇਂ? ਉਹ ਕਹਿੰਦਾ ਜੀ ਸਾਡਾ ਭਰਾ ਹੈ, ਮੇਰਾ ਆਪਦਾ ਪਰਿਵਾਰ ਹੈ, ਸਾਥੋਂ ਜਾਊ ਕਿਵੇਂ, ਅਸੀਂ ਇਹਨੂੰ ਜਾਣ ਨਹੀਂ ਦੇਵਾਂਗੇ, ਜੋ ਨਹੀਂ ਕਰਾਂਗੇ, ਵਾਹ ਵੀ ਕਰਾਂਗੇ। ਇਹਨਾਂ ਨੇ ਕਾਫੀ ਮਤਲਬ ਉੱਥੇ ਜਾ ਕੇ ਉਹਦੀ ਰੋਕਾ ਰਕਾਈ ਦੀ ਗੱਲ ਕੀਤੀ। ਉਹ ਕੋਨਾ ਮਾਨੂੰ ਤੇ ਆ ਗਿਆ ਜੀ। ਕਹਿੰਦੇ ਆ ਵੀ ਪਹਿਲੀ ਰਾਤ ਹਰੀਸ਼ ਰਾਵਤ ਨੇ ਵੀ ਗੱਲ ਕੀਤੀ ਸੀ, ਪਰ ਹਰੀਸ਼ ਰਾਵਤ ਵਾਲੀ ਗੱਲ ਦਾ ਵੀ ਅਸਰ ਨਾ ਹੋਇਆ ਜੀ। ਫਿਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਟੈਲੀਫੋਨ ਤੇ ਗੱਲ ਕਰਵਾਈ ਵੇਰਕਾ ਸਾਹਿਬ ਨੇ ਜੀ। ਉਹਨੇ ਫਿਰ ਵਿਸ਼ਵਾਸ ਦਵਾਇਆ ਵੀ ਕੋਈ ਗੱਲ ਨਹੀਂ। ਫਿਰ ਕਹਿੰਦੇ ਵੀ ਉਹ ਤੋਂ ਬਾਅਦ ਰਾਤ ਨੂੰ ਮੀਟਿੰਗ ਵੀ ਹੋਈ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜੀ। ਮੀਟਿੰਗ ਤੋਂ ਬਾਅਦ ਉਹਨੇ ਸ਼ੋਰਿਟੀ ਦਵਾਤੀ ਵੀ ਭਾਈ ਸਾਹਿਬ ਕੋਈ ਗੱਲ ਨਹੀਂ, ਤੁਸੀਂ ਜਾਓ ਨਾ, ਤੁਸੀਂ ਇੱਥੇ ਰਹੋ, ਤੁਹਾਡੀ ਟਿਕਟ ਪੱਕੀ ਹੈ, ਤੁਹਾਡੀ ਟਿਕਟ ਨੂੰ ਕੋਈ ਨਹੀਂ ਹਿਲਾਉਂਦਾ, ਤੁਹਾਨੂੰ ਟਿਕਟ ਮਿਲੂਗੀ। ਚਲੋ ਜੇ ਮੁੱਖ ਮੰਤਰੀ ਇਹ ਗੱਲ ਕਹਿੰਦਾ, ਬੰਦਾ 3 ਵਾਰ ਦਾ ਜਿਹੜਾ ਹੈਗਾ ਸਿਟਿੰਗ ਐਮਐਲਏ, ਟਿਕਟ ਦਾ ਤਾਂ ਉਹਦਾ ਹੱਕ ਬਣਦਾ ਹੀ ਬਣਦਾ ਹੈ। ਪਰ ਜਿਵੇਂ ਆਪਾਂ ਪਹਿਲਾਂ ਕਹਿ ਕੇ ਹਟੇ ਕਿ ਕਾਂਗਰਸ ਨੂੰ ਬਾਹਰੋਂ ਤਾਂ ਕੋਈ ਖਤਰਾ ਹੈ ਨਹੀਂ। ਬਿਲਕੁਲ ਜੀ। ਇਹ ਕਾਂਗਰਸ ਨੂੰ ਖਤਰਾ ਅੰਦਰੋਂ ਜਿਹੜਾ ਹੈਗਾ ਪਿਆ ਹੋਇਆ। ਮੇਰੀ ਕੱਲ ਵੀ ਗੱਲ ਹੋ ਰਹੀ ਸੀ ਕਿਸੇ ਬੰਦੇ ਨਾਲ, ਉਹ ਕਹਿੰਦੇ ਜੀ ਅਸਲ ਦੇ ਵਿੱਚ ਕੁਝ ਲੋਕ ਉਹ ਹੁੰਦੇ ਜਿਹੜੇ ਪਾਰਟੀਆਂ ਬਦਲਣ ਦੇ ਵਿੱਚ ਮਾਹਰ ਹੁੰਦੇ ਆ। ਇਸੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਬਾਰੇ ਵੀ ਕਹਿੰਦੇ ਗੱਲਾਂ ਚੱਲਦੀਆਂ ਸੀ ਕਿ ਜੇ ਪ੍ਰਤਾਪ ਸਿੰਘ ਬਾਜਵਾ ਨਾ ਚੇਂਜ ਹੁੰਦਾ ਤਾਂ ਸ਼ਾਇਦ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਕਾਂਗਰਸ ਪਾਰਟੀ 'ਚ ਨਹੀਂ ਸੀ ਰਹਿਣਾ ਜੀ। ਪਹਿਲਾਂ ਵੀ ਜੇ ਆਪਾਂ ਦੇਖੀਏ ਤਾਂ ਕਿਸੇ ਜ਼ਮਾਨੇ ਦੇ ਵਿੱਚ ਇਹ ਬੀਬੀ ਭੱਠਲ ਦੇ ਨਾਲ ਵੀ ਹੁੰਦੀ ਸੀ। ਫਿਰ ਬੀਬੀ ਭੱਠਲ ਤੋਂ ਬਾਅਦ ਜੋ ਦੇਖੇ ਤੇ ਕੈਪਟਨ ਸਾਹਿਬ ਨਾਲ ਆ ਗਈ। ਕੈਪਟਨ ਸਾਹਿਬ ਤੋਂ ਬਾਅਦ ਜੋ ਬਾਜਵਾ ਸਾਹਿਬ ਪ੍ਰਧਾਨ ਬਣ ਗਏ, ਉਹ ਇੱਕੋ ਇਲਾਕੇ ਦੇ, ਉੱਥੇ ਇਹਨਾਂ ਦਾ ਟਕਰਾਅ ਪੈ ਗਿਆ। ਇਹਨਾਂ ਨੇ ਕਹਿਤਾ ਕਿ ਬਾਜਵਾ ਸਾਹਿਬ ਨੇ ਮੇਰੇ ਪੈਰ ਨਹੀਂ ਲੱਗਣ ਦੇਣੇ। ਤੇ ਫਿਰ ਜਿਹੜੀ ਹੈਗੀ ਹੈ, ਜਿਹੜੀ ਪਹਿਲੀ ਜਿਹੜੀ ਉੱਥੇ ਯਾਤਰਾ ਕੀਤੀ ਸੀਗੀ, ਇੱਕ ਮਾਰਚ ਕੱਢਿਆ ਸੀ, ਉਹ ਮਾਰਚ ਵੀ ਮਾਝੇ ਦੇ ਵਿੱਚ ਜਿਹੜਾ ਕੱਢਿਆ ਸੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਪਦੇ ਇਲਾਕੇ 'ਚ ਨਹੀਂ ਕਢਵਾਇਆ ਸੀ ਜੀ। ਉਹ ਕਢਵਾਇਆ ਸੀ ਸੁਖਜਿੰਦਰ ਸਿੰਘ ਰੰਧਾਵਾ ਦੇ ਹਲਕੇ ਦੇ ਵਿੱਚ। ਉੱਥੋਂ ਕਢਵਾ ਕੇ ਤੇ ਉੱਥੇ ਫਿਰ ਸੁਖਜਿੰਦਰ ਸਿੰਘ ਰੰਧਾਵਾ ਨੰਬਰ 2 ਤੇ ਗਿਆ ਸੀ ਤੇ ਵਜ਼ੀਰੀ ਆਪ ਲੈ ਗਿਆ ਸੀ। ਇਹ ਤਾਂ ਬਾਅਦ ਦੇ ਵਿੱਚ ਜਦੋਂ ਜਾਖੜ ਸਾਹਿਬ ਨੇ ਉੱਥੋਂ ਇਲੈਕਸ਼ਨ ਲੜੀ ਤੇ ਉਹਨਾਂ ਨੇ ਮਦਦ ਕੀਤੀ ਰੰਧਾਵੇ ਨੇ। ਫਿਰ ਜਾਖੜ ਸਾਹਿਬ ਨੇ ਪ੍ਰੈਸ਼ਰ ਬਿਲਡ ਕੀਤਾ ਜੀ ਇਹ ਬੰਦੇ ਨੂੰ ਤੁਸੀਂ ਵਜ਼ੀਰ ਕਿਉਂ ਨਹੀਂ ਬਣਾਉਂਦੇ, ਇਹਨੂੰ ਵਜ਼ੀਰ ਬਣਾਓ। ਉਹਦਾ ਇਸ ਤਰ੍ਹਾਂ ਦਾ ਲੱਗਿਆ ਸੀ ਜੀ। ਇਸ ਕਰਕੇ ਮਤਲਬ ਰੋਕਿਆ ਤਾਂ ਮੇਰੇ ਖਿਆਲ ਵੀ ਇਹ ਕੈਪਟਨ ਦੇ, ਕਿਉਂਕਿ ਕੈਪਟਨ ਦੇ ਉੱਤੇ ਜਿਹੜੀ ਹੈ ਜੇ ਉਹਨੇ ਕਹਿਤਾ ਉਹਦੇ ਤੇ ਭਰੋਸਾ ਤਾਂ ਬੰਦੇ ਕਰਦੇ ਆ ਨਾ ਜੀ। ਜੇ ਕਹਿਤਾ ਤਾਂ ਸਾਨੂੰ ਟਿਕਟ ਮਿਲ ਸਕਦੀ ਹੈ ਜੀ। ਸੋ ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ।